राग गुजरी महला पंजवां। काहे रे मन चितमय उद्दम, जां आहर हर जियो परया। सैल पत्थर में जंत उपाए, तां का रिज़क आगे कर धरिया। मेरे माधो जी सत संगत मिले सो तरया। गुर प्रसाद परम पद पाया, सुके काष्ट हरिया रहाव। जनन पिता लोक सुत बनता, कोई ना किसकी धरिया। सिर सिर रिजक संभाहे ठाकुर, काहे मन भौ करया। ऊडे ऊड आवै सै कोसां, तिस पाशै बचरे शरिया। तिन कवण खिलावै कवण चुगावै, मन में सिमरन करया। सब निधान दस अष्ट सिद्धान, ठाकुर कर तल धरिया। जन नानक बल बल सद बल जाइए, तेरा अंत न पारा वरिया। वाहिगुरु जी का खालसा, वाहिगुरु जी की फतेह। गुरु प्यारी साध संगत जी, ਸੋਦਰ ਬਾਣੀ ਦੀ ਜੋ ਆਪਾਂ ਲੜੀਵਾਰ ਵਿਚਾਰ ਆਰੰਭ ਕੀਤੀ ਹੈ, ਇਸ ਲੜੀ ਦੇ ਤਹਿਤ ਅੱਜ ਆਪਾਂ ਸੋਦਰ ਬਾਣੀ ਦਾ ਪੰਜਵਾਂ ਸ਼ਬਦ ਜਿਹੜਾ ਹੈ, ਜਿਸ ਦਾ ਪਾਠ ਸਰਵਣ ਕੀਤਾ ਹੈ, ਜਿਸ ਦੀ ਅੱਜ ਆਪਾਂ ਵਿਚਾਰ ਸਾਂਝੀ ਕਰਨੀ ਹੈ। ਧੰਨ ਗੁਰੂ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਜਿਨ੍ਹਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਦਾ ਆਪਾਂ ਪਾਠ ਸਰਵਣ ਕੀਤਾ, ਰਾਗ ਗੁਜਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ, ਜਿਸ ਦਾ ਰਹਾਉ ਵਾਲਾ ਬੰਦ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਇਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਉ। ਮੇਰੇ ਮਾਧੋ ਜੀ, ਹੇ ਅਕਾਲ ਪੁਰਖ ਮਾਇਆ ਦੇ ਪਤੀ ਵਾਹਿਗੁਰੂ ਜੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ। ਜੋ ਸਤ ਦੀ ਸੰਗਤ ਨਾਲ ਮਿਲਦਾ ਹੈ, ਸਤ ਦੀ ਸੰਗਤ ਨਾਲ ਜੁੜਦਾ ਹੈ, ਉਹ ਤਰਿਆ, ਉਹ ਤਰ ਜਾਂਦਾ ਹੈ। ਕਿੱਥੋਂ ਤਰ ਜਾਂਦਾ ਹੈ? ਪਾਪ ਬੁਰਿਆਂ ਕੰਮਾਂ ਤੋਂ, ਵਕਾਰੀ ਜੀਵਨ ਤੋਂ ਉਸ ਦਾ ਖਹਿੜਾ ਛੁੱਟ ਜਾਂਦਾ ਹੈ। ਉਹ ਕਿੱਡੀ ਪਿਆਰੀ ਉਦਾਹਰਨ ਦੇ ਕੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਸਮਝਾਇਆ ਹੈ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੇ ਪ੍ਰਸਾਦ ਸਦਕਾ, ਗੁਰੂ ਦੀ ਰਹਿਮਤ ਸਦਕਾ ਉਹ ਉਸ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਜਿੱਥੇ ਇੱਕ ਵੀ ਵਿਕਾਰ ਉਹਦੇ ਜੀਵਨ ਦੇ ਉੱਤੇ ਅਸਰ ਨਹੀਂ ਪਾ ਸਕਦਾ। ਪਰਮ ਪਦ ਦਾ ਅਰਥ ਹੁੰਦਾ ਹੈ ਜਿੱਥੇ ਕੋਈ ਵੀ ਮਾੜਾ ਖਿਆਲ ਮਨੁੱਖ ਨੂੰ ਗਲਤ ਰਸਤੇ ਨਾ ਤੋਰ ਸਕੇ, ਇੱਕ ਵੀ ਫੁਰਨਾ ਗਲਤ ਨਾ ਦਿਮਾਗ ਵਿੱਚ ਆਵੇ। ਪਰਮ ਪਦ ਪਾਇਆ, ਸੁੱਕੇ ਕਾਸ਼ਟ ਹਰਿਆ। ਜਿਵੇਂ ਸੁੱਕਾ ਪੌਦਾ ਹੁੰਦਾ ਹੈ, ਉਹ ਹਰਿਆ ਹੋ ਜਾਂਦਾ ਹੈ। ਪੌਦਾ ਜਦੋਂ ਸੁੱਕ ਜਾਏ, ਜਿੰਨਾ ਮਰਜ਼ੀ ਉਹਦੇ 'ਤੇ ਪਾਣੀ ਦਾ ਛਿੜਕਾਅ ਕਰ ਦਿਓ, ਹਰਿਆ ਨਹੀਂ ਹੋਏਗਾ ਜਦੋਂ ਤੱਕ ਉਹਦੀਆਂ ਜੜ੍ਹਾਂ ਨੂੰ ਤੁਸੀਂ ਪਾਣੀ ਨਹੀਂ ਦਿੰਦੇ। ਹੁਣ ਤੁਸੀਂ ਵੇਖੋ, ਘਰ ਵਿੱਚ ਗਮਲੇ 'ਚ ਕੋਈ ਪੌਦਾ ਸੁੱਕ ਜਾਏ ਅਤੇ ਆਪਾਂ ਉਸ ਪੌਦੇ ਦੇ ਉੱਤੇ ਪਾਣੀ ਇੱਦਾਂ ਛੱਟਾ ਮਾਰੀ ਜਾਈਏ, ਉਹਨੇ ਹਰੇ ਨਹੀਂ ਹੋਣਾ। ਪਰ ਜੇ ਤੁਸੀਂ ਉਹਨੂੰ ਬਾਲਟੀ ਭਰ ਕੇ, ਅੱਧੀ ਬਾਲਟੀ ਜਿੰਨਾ ਪਾਣੀ ਉਹਦੇ 'ਚ ਪੈ ਸਕਦਾ ਹੈ, ਤੁਸੀਂ ਪਾਣੀ ਪਾਓ ਅਤੇ ਦਿਨ ਚੜ੍ਹਦੇ ਨੂੰ ਨਵੀਆਂ ਕੁਰੰਬਲੀਆਂ ਫੁੱਟ ਆਉਂਦੀਆਂ ਨੇ। ਜਿਵੇਂ ਪੌਦਾ ਸੁੱਕਿਆ ਹੋਵੇ ਅਤੇ ਉਹਨੂੰ ਪਾਣੀ ਦੇ ਦਈਏ ਅਤੇ ਹਰਿਆ ਹੋ ਜਾਂਦਾ। ਇੱਦਾਂ ਹੀ ਅੱਜ ਮਨੁੱਖ ਦਾ ਜੀਵਨ ਮੁਰਝਾਇਆ ਕਿਉਂ ਹੈ? ਕਿਉਂਕਿ ਮਨੁੱਖ ਦਾ ਜਿਹੜਾ ਮਨ ਹੈ ਉਹ ਸੱਤ ਦੀ ਸੰਗਤ ਤੋਂ ਕੋਹਾਂ ਦੂਰ ਹੈ। ਤਾਂ ਹੀ ਗੁਰੂਦੇਵ ਜੀ ਨੇ ਉਦਾਹਰਨ ਦੇ ਕੇ ਸਮਝਾਇਆ, ਹਰਿਆਵਲ ਦਾ ਜੀਵਨ ਵਿੱਚ ਬੜਾ ਵੱਡਾ ਸੰਬੰਧ ਹੈ ਮਨੁੱਖ ਦੇ। ਤੁਸੀਂ ਵੇਖੋ, ਜਿਹੜਾ ਦਰਖਤ ਹਰਿਆ ਹੁੰਦਾ ਹੈ ਉਹ ਛਾਂ ਵੀ ਕਰਦਾ ਹੈ, ਉਹਦੀਆਂ ਟਾਹਣੀਆਂ ਹਰੀਆਂ ਹੁੰਦੀਆਂ ਨੇ, ਉਹਦੇ ਫਲ ਵੀ ਕੰਮ ਆ ਜਾਂਦੇ ਨੇ, ਉਹਦੀ ਲੱਕੜ ਵੀ ਕੰਮ ਆਉਂਦੀ ਹੈ। ਕਈ ਦਰਖਤ ਤੁਸੀਂ ਆਪਣੀ ਜ਼ਿੰਦਗੀ 'ਚ ਐਸੇ ਵੇਖੇ ਹੋਣੇ, ਜਿਹੜੇ ਉੱਗਦੇ ਜ਼ਰੂਰ ਨੇ, ਵੱਡੇ ਹੁੰਦੇ ਨੇ, ਪਰ ਸਮਾਂ ਪਾ ਕੇ ਉਹ ਸੁੱਕ ਜਾਂਦੇ ਨੇ, ਧਰਤੀ ਨਾਲ ਉਹਨਾਂ ਦਾ ਲਿੰਕ ਟੁੱਟ ਜਾਂਦਾ ਹੈ। ਆਪਾਂ ਜਦੋਂ ਬਸੰਤ ਕੀ ਵਾਰ ਗੁਰੂ ਪੰਜਵੇਂ ਪਾਤਸ਼ਾਹ ਦੀ ਪੜ੍ਹਦੇ ਹਾਂ, ਉਹ 'ਚ ਗੁਰਦੇਵ ਜੀ ਕਹਿੰਦੇ ਨੇ, ਹਰ ਕਾ ਨਾਮ ਧਿਆਏ ਕੈ ਹੋ ਹਰਿਆ ਭਾਈ। ਹੁਣ ਇੱਥੇ ਜੇ ਆਪਾਂ ਜੇ ਸਿੱਧਾ ਪਾਠ ਕਰਦੇ ਹਾਂ ਜਦੋਂ ਆਪਾਂ, ਤਾਂ ਇੰਝ ਲੱਗਦਾ ਵੀ ਜਿਵੇਂ ਜਿਹੜਾ ਹਰੀ ਦਾ ਨਾਮ ਧਿਆਉਂਦਾ ਉਹ ਹਰਿਆ ਭਾਈ, ਉਹ ਹਰਿਆ ਹੋ ਜਾਂਦਾ ਹੈ।
ਹੁਣ ਇਹਦਾ ਅਰਥ ਨਹੀਂ ਵੀ ਉਹਦਾ ਰੰਗ ਹਰਿਆ ਹੋ ਜਾਂਦਾ ਹੈ। ਇੱਥੇ ਹਰਿਆਵਲ ਦਾ ਮਤਲਬ ਹੈ ਹਰੀ ਉਹ ਚੀਜ਼ ਹੋਏਗੀ ਜਿਹਦੀ ਜੜ ਧਰਤੀ ਨਾਲ ਜੁੜੀ ਹੋਏਗੀ। ਭਾਵ ਜਿਹਨੂੰ ਧਰਤੀ ਵਿੱਚੋਂ ਖੁਰਾਕ ਮਿਲਦੀ ਹੈ ਉਹ ਦਰਖਤ ਹਰਿਆ ਹੋ ਜਾਂਦਾ ਹੈ। ਅਤੇ ਹਰੇ ਦਰਖਤ ਦੀ ਛਾਵੇਂ ਬਹਿਣ ਨੂੰ ਵੀ ਜੀਅ ਕਰਦਾ ਹੈ। ਹਰੇ ਦਰਖਤ ਦੀ ਲੱਕੜੀ ਵੀ ਕੰਮ ਆਉਂਦੀ ਹੈ। ਅਤੇ ਕਈ ਦਰਖਤ ਆਪਾਂ ਵੇਖੇ ਆ ਉਹ ਖਲੋਤੇ ਖਲੋਤੇ ਧਰਤੀ 'ਤੇ ਸੁੱਕ ਜਾਂਦੇ ਆ। ਇੱਕ ਵਕਤ ਆਉਂਦਾ ਵੀ ਉਹਨਾਂ ਨੂੰ ਧਰਤੀ 'ਚੋਂ ਜਿਹੜੀ ਖੁਰਾਕ ਸੀ ਉਹ ਮਿਲਣੀ ਬੰਦ ਹੋ ਗਈ, ਘੁਣ ਲੱਗ ਗਿਆ, ਉਹ ਲੱਕੜ ਹੱਥ ਨਾਲ ਹੀ ਭੁਰਦੀ ਜਾਂਦੀ ਹੈ। ਤੋ ਇੱਥੇ ਹਰੇ ਦਾ ਹੋਣ ਦਾ ਅਰਥ ਕੀ ਹੈ? ਫਲੈਕਸੀਬਲ। ਤੁਸੀਂ ਵੇਖੋ ਜਿਹੜੀ ਹਰੀ ਟਾਹਣੀ ਹੁੰਦੀ ਹੈ ਉਹ ਜਿੱਧਰ ਨੂੰ ਮੋੜੋ ਮੁੜਦੀ ਜਾਂਦੀ ਹੈ। ਪਿੰਡਾਂ ਵਿੱਚ ਪਹਿਲਾਂ ਆਪਾਂ ਵੇਖਦੇ ਹੁੰਦੇ ਸੀ ਜਦੋਂ ਸਰਦੀ ਦੀ ਰੁੱਤ ਆਉਣੀ ਅਤੇ ਆਮ ਆਪਣੇ ਤੂਤ ਛਾਂਗ ਕੇ ਘਰਾਂ ਵਿੱਚ ਲੈ ਆਈਦੇ ਸੀ। ਕਿਸਾਨਾਂ ਨੂੰ ਇਸ ਬਾਰੇ ਜ਼ਿਆਦਾ ਪਤਾ ਹੈ ਵੀ ਉਹ ਜਦੋਂ ਤੂਤ ਛਾਂਗ ਕੇ ਘਰ ਲੈ ਆਉਣੇ, ਫਿਰ ਜਿਹੜਾ ਟੋਕਰੇ ਟੋਕਰੀਆਂ ਬੰਨ੍ਹਣ ਵਾਲਾ ਹੋਣਾ ਉਹਨੂੰ ਬੁਲਾ ਕੇ ਲਿਆਉਣਾ ਵੀ ਅਸੀਂ ਤੂਤ ਛਾਂਗਿਆ, ਸਾਡੇ ਟੋਕਰੇ ਬੰਨ੍ਹਦੇ, ਟੋਕਰੀਆਂ ਬੰਨ੍ਹਦੇ। ਉਹਨੇ ਫਿਰ ਉਹਨਾਂ ਦੇ ਘਰੇ ਬੈਠ ਕੇ ਟੋਕਰੇ ਟੋਕਰੀਆਂ ਇੱਦਾਂ ਕੁਝ ਵੱਡੇ ਟੋਕਰੇ ਕੁਝ ਛੋਟੇ ਟੋਕਰੇ ਬੰਨ੍ਹ ਦੇਣੇ। ਉਹ ਫਿਰ ਠੋਕ ਠੋਕ, ਕਿਉਂਕਿ ਅਜੇ ਕੱਲ੍ਹ ਤੂਤ ਛਾਂਗਿਆ, ਅੱਜ ਉਹਨੇ ਬੰਨ੍ਹਣਾ ਸ਼ੁਰੂ ਕਰਤਾ ਤਾਂ ਮੋੜ ਮੋੜ ਕੇ ਉਹ ਟੋਕਰੇ ਟੋਕਰੀਆਂ ਤਿਆਰ ਕਰ ਦਿੰਦਾ ਹੈ। ਪਰ ਤੂਤ ਤੁਸੀਂ ਅੱਜ ਛਾਂਗਿਆ, ਤੁਸੀਂ ਉਹਨੂੰ ਜਾ ਕੇ ਹਫ਼ਤੇ ਬਾਅਦ 15 ਦਿਨਾਂ ਬਾਅਦ ਕਹੋ ਹੁਣ ਨਹੀਂ ਉਹਦੇ ਟੋਕਰੇ ਟੋਕਰੀਆਂ ਵੱਜਣੀਆਂ। ਕਿਉਂ? ਕਿਉਂਕਿ ਜਦੋਂ ਨੂੰ ਉਹਨੇ ਮੋੜਨ ਲੱਗਣਾ ਉਹ ਕੜਾਚ ਕਰਕੇ ਲੱਕ 'ਚੋਂ ਟੁੱਟ ਜਾਣਾ ਹੈ, ਮੋਛੇ ਵੱਢ ਹੋ ਜਾਣਾ ਹੈ। ਹਰੀ ਚੀਜ਼ ਹੈ ਫਲੈਕਸੀਬਲ। ਇੱਥੇ ਹਰੇ ਹੋਣ ਦਾ ਅਰਥ ਹੈ ਫਲੈਕਸੀਬਲ। ਹਰ ਕਾ ਨਾਮ ਧਿਆਏ ਕੇ ਹੋ ਹਰਿਆ ਪਾਏ। ਆਕੜ ਨਹੀਂ ਹੋਏਗੀ ਉਹਦੇ ਵਿੱਚ, ਫਲੈਕਸੀਬਲ ਹੋਏਗਾ। ਉਹਨੂੰ ਝੁਕਣਾ ਆਉਂਦਾ ਹੋਏਗਾ, ਉਹਨੂੰ ਰਿਸ਼ਤੇ ਨਿਭਾਉਣੇ ਆਉਂਦੇ ਹੋਣਗੇ, ਉਹਨੂੰ ਸਮਾਜ ਵਿੱਚ ਪਰਿਵਾਰਾਂ 'ਚ ਰਹਿਣਾ ਆਉਂਦਾ ਹੋਏਗਾ, ਉਹਨੂੰ ਹਰ ਜਗ੍ਹਾ ਫਿੱਟ ਹੋਣ ਦੀ ਜਿਹੜੀ ਆਦਤ, ਜਿਹਨੂੰ ਆਪਾਂ ਇੱਦਾਂ ਕਹਿ ਸਕਦੇ ਹਾਂ ਅੱਜ ਮਨੁੱਖ ਗੁਰਦੁਆਰੇ ਵੀ ਜਾ ਰਿਹਾ ਹੈ, ਬਾਣੀ ਪੜ੍ਹਨ ਦਾ ਵੀ ਦਾਅਵਾ ਕਰਦਾ ਹੈ, ਪਰ ਫਲੈਕਸੀਬਲ ਨਹੀਂ ਹੈ। ਕਈ ਰਿਸ਼ਤੇ ਤੁਸੀਂ ਵੇਖੇ ਹੋਣਗੇ, ਕਈਆਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਤੋਂ ਤਲਾਕ ਹੋਏ ਨੇ ਅਤੇ ਦਾਅਵਾ ਇਹ ਕਰਦੇ ਨੇ ਸਾਡੇ ਵਰਗਾ ਤਾਂ ਕੋਈ ਗੁਣੀ ਗਿਆਨੀ ਕੋਈ ਨਹੀਂ, ਭਰਾਵਾਂ ਨਾਲੋਂ ਅੱਡ ਹੋ ਗਏ, ਵੱਖਰਾਪਨ ਹੋ ਗਿਆ। ਕਿਹੜੀ ਗੱਲ? ਆਕੜ। ਦਾਅਵਾ ਕਰਨਗੇ ਜੀ ਅਸੀਂ ਤਾਂ ਬਾਣੀ ਬੜੀ ਪੜ੍ਹੀ, ਸਾਨੂੰ ਤਾਂ ਬੜਿਆਂ ਗ੍ਰੰਥਾਂ ਦਾ ਗਿਆਨ ਹੈ। ਤਾਂ ਬਹੁਤ ਵਾਰੀ ਕਈ ਵਾਰੀ ਨਾ ਗਲਤੀ ਹੋਣ 'ਤੇ ਵੀ ਸੌਰੀ ਕਹਿਣ ਦੇ ਵਿੱਚ ਫਾਇਦਾ ਹੁੰਦਾ ਹੈ। ਪਰਿਵਾਰਾਂ ਵਿੱਚ ਤੁਸੀਂ ਵੇਖੋ ਵੀ ਗਲਤੀ ਵੀ ਨਹੀਂ ਹੈਗੀ, ਵੱਡੇ ਭਰਾ ਦੀ, ਛੋਟੇ ਭਰਾ ਦੀ, ਕਿਸੇ ਕੋਲੋਂ ਵੀ ਹੋ ਸਕਦੀ ਹੈ। ਕਿਸੇ ਕੋਲੋਂ ਵੀ ਇਹ ਗਲਤ ਜਿਹੜਾ ਹੈ ਉਹ ਮਨੁੱਖ ਦੇ ਕੋਲੋਂ ਕੋਈ ਗਲਤ ਰਸਤਾ ਚੁਣਿਆ ਜਾ ਸਕਦਾ ਹੈ। ਸਮਾਂ ਪਾ ਕੇ ਮਨੁੱਖ ਆਪਣੀ ਜ਼ਿੰਦਗੀ ਸੁਧਾਰ ਵੀ ਕਰਦਾ ਹੈ। ਤੋ ਪਾਤਸ਼ਾਹ ਜੀ ਨੇ ਬੜੇ ਪਿਆਰੇ ਇੱਥੇ ਬਚਨ ਕੀਤੇ ਨੇ, ਕਹਿੰਦੇ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ। ਹਰੀ ਦਾ ਨਾਮ ਧਿਆਉਣ ਵਾਲਾ ਮਨੁੱਖ ਹਰਿਆ ਹੋ ਜਾਂਦਾ। ਹਰੇ ਹੋਣ ਦਾ ਅਰਥ ਕੀ ਹੈ? ਉਹ ਫਲੈਕਸੀਬਲ ਹੋਏਗਾ, ਉਹਨੂੰ ਕਹਿਣ ਦੀ ਲੋੜ ਨਹੀਂ ਪਏਗੀ। ਜਿਵੇਂ ਆਪਾਂ ਪਿਛਲੇ ਸ਼ਬਦ ਵਿੱਚ ਪੜ੍ਹ ਰਹੇ ਹਾਂ ਕਿ ਜਦੋਂ ਸਤ ਸੰਗਤ ਵਿੱਚ ਮਿਲਦਾ ਹੈ, ਸਤ ਸੰਗਤ ਵਿੱਚ ਮਿਲਣਾ ਉਹਦੇ ਜੀਵਨ 'ਚ ਗੁਣ ਪ੍ਰਕਾਸ਼ ਹੁੰਦੇ ਨੇ, ਗੁਣ ਪ੍ਰਗਟ ਹੋ ਜਾਂਦੇ ਨੇ। ਅਤੇ ਗੁਣਾਂ ਕਰਕੇ ਤਾਂ ਮਨੁੱਖ ਫਲੈਕਸੀਬਲ ਹੋਏਗਾ ਨਾ, ਕਹੇਗਾ ਕੋਈ ਗੱਲ ਨਹੀਂ ਵੀ ਹਾਂਜੀ ਮੈਂ ਇੱਥੇ ਆਪਣੇ ਆਪ ਨੂੰ ਸੈੱਟ ਕਰ ਸਕਦਾ, ਆਕੜ ਨਹੀਂ ਕਰਨੀ। ਕਈ ਵਾਰੀ ਬੱਚਿਆਂ ਵਿੱਚ ਰਹਿ ਕੇ, ਪਰਿਵਾਰਾਂ 'ਚ ਬੈਠ ਕੇ, ਭੈਣਾਂ ਭਰਾਵਾਂ 'ਚ ਬੈਠ ਕੇ ਕਈਆਂ ਦੀ ਆਕੜ ਨੇ ਰਿਸ਼ਤੇ ਤੋੜ ਕੇ ਰੱਖ ਦਿੱਤੇ। ਜਦੋਂ ਤੁਸੀਂ ਇੱਦਾਂ ਝਾਤ ਮਾਰੋਗੇ ਵੀ ਗੱਲ ਕੋਈ ਬਹੁਤ ਵੱਡੀ ਨਹੀਂ ਹੁੰਦੀ, ਨਿੱਕੀ ਜਿਹੀ ਆਕੜ ਕਰਕੇ ਰਿਸ਼ਤਾ ਟੁੱਟ ਜਾਂਦਾ ਹੈ, ਦੂਰੀ ਪੈ ਜਾਂਦੀ ਹੈ। ਤਾਂ ਪਾਤਸ਼ਾਹ ਨੇ ਸਾਨੂੰ ਇੱਥੇ ਕਿੱਡੇ ਪਿਆਰੇ ਬਚਨ ਕਹਿ ਕੇ, ਮੇਰੇ ਮਾਧੋ ਜੀ, ਹੇ ਮੇਰੇ ਮਾਲਕ ਜੀ, ਕਾਲਪੁਰਖ ਜੀ, ਸਤ ਸੰਗਤ ਮਿਲੇ। ਜਦੋਂ ਇਸ ਮਨ ਨੂੰ ਸਤ ਦੀ ਸੰਗਤ ਮਿਲੇਗੀ ਤੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਅਤੇ ਸੁੱਕੇ ਕਾਸ਼ ਧਰਿਆ। ਜਿਵੇਂ ਸੁੱਕੀ ਲੱਕੜ, ਸੁੱਕਾ ਪੌਦਾ, ਸੁੱਕਾ ਦਰਖਤ ਪਾਣੀ ਮਿਲਣਾ ਹਰਿਆ ਹੋ ਜਾਂਦਾ ਹੈ। ਜਦੋਂ ਮਨ ਨੂੰ ਸਤ ਦੀ ਸੰਗਤ ਮਿਲੇਗੀ, ਇਸ ਮਨ ਦੁਆਰਾ ਪੂਰੇ ਤਨ ਦਾ ਪੌਦਾ ਹਰਿਆ ਹੋ ਜਾਏਗਾ, ਅੱਖਾਂ ਹਰੀਆਂ ਹੋ ਜਾਣਗੀਆਂ, ਮਨ ਹਰਿਆ ਹੋ ਜਾਏਗਾ, ਮਨੁੱਖ ਦਾ ਚਿਹਰਾ ਵਿਕਾਸ ਵਿੱਚ ਰਹੇਗਾ, ਖੇੜੇ 'ਚ ਰਹੇਗਾ। ਕਿਹੜਾ ਕੀਮਤੀ ਸ਼ਬਦ ਵਰਤਿਆ ਗੁਰੂ ਅਰਜਨ ਸਾਹਿਬ ਮਹਾਰਾਜ ਦਾ। ਇਹ ਸ਼ਬਦ ਆਪਾਂ ਰੋਜ਼ਾਨਾ ਆਪਣੇ ਘਰਾਂ ਵਿੱਚ ਪੜ੍ਹਦੇ ਹਾਂ। ਮਹਾਰਾਜ ਕਹਿੰਦੇ ਨੇ ਕਾਹੇ ਰੇ ਮਨ ਚਿੱਤਵੇਂ ਉਦਮ। ਹੁਣ ਗੱਲ ਮਨ ਦੀ ਹੋ ਰਹੀ ਹੈ, ਕਿਉਂਕਿ ਮਨ ਸਤ ਦੀ ਸੰਗਤ ਤੋਂ ਦੂਰ ਹੈ। ਵੈਸੇ ਤਾਂ ਸਾਰੀ ਗੁਰਬਾਣੀ ਮਨ ਨੂੰ ਸੰਬੋਧਨ ਹੈ, ਪਰ ਕਈਆਂ ਥਾਵਾਂ 'ਤੇ ਸਿੱਧਾ ਸਪਸ਼ਟ ਹੀ ਮਨ ਸ਼ਬਦ ਵਰਤੇ। ਹੁਣ ਜਿਵੇਂ ਆਪਾਂ ਪੜ੍ਹ ਰਹੇ ਕਾਹੇ ਰੇ ਮਨ ਚਿੱਤਵੇਂ ਉਦਮ। ਹੇ ਮਨਾ, ਤੂੰ ਕਿਹੜੇ ਪੁੱਠਿਆਂ ਕੰਮਾਂ 'ਚ ਲੱਗਿਆ ਹੋਇਆ ਸੱਤ ਦੀ ਸੰਗਤ ਛੱਡ ਕੇ? ਤੂੰ ਇਸ ਟੱਬਰ ਨੂੰ ਪਾਲਣ ਲਈ ਪਤਾ ਨਹੀਂ ਕਿਹੜੇ ਰਸਤੇ ਪਿਆ ਹੋਇਆ। ਇਸ ਪਰਿਵਾਰ ਨੂੰ, ਹੁਣ ਇਹ ਇੱਕ ਮਨ ਦਾ ਆਪਣਾ ਪਰਿਵਾਰ ਹੈ ਨਾ, ਜਿਹੜੇ ਗਿਆਨ ਇੰਦਰੇ, ਕਰਮ ਇੰਦਰੇ, ਇਹ ਮਨ ਦੀ ਆਪਣੀ ਫੈਮਿਲੀ ਹੈ। ਜਦੋਂ ਆਪਾਂ ਬਾਣੀ 'ਚੋਂ ਪੜ੍ਹਦੇ ਹਾਂ, ਬੁੱਢਾ ਬੰਸ ਕਬੀਰ ਕਾ, ਕਬੀਰ ਦਾ ਬੰਸ ਡੁੱਬ ਗਿਆ, ਉਪਜਿਓ ਪੂਤ ਕਮਾਲ। ਕਮਾਲ ਦਾ ਮਨ ਰੂਪੀ ਪੁੱਤਰ ਪੈਦਾ ਹੋਇਆ, ਜਿਹਨੇ ਸਾਰਾ ਟੱਬਰ ਹੀ ਡੋਬ ਕੇ ਰੱਖ ਦਿੱਤਾ। ਹਰ ਕਾ ਸਿਮਰਨ ਛੱਡ ਕੇ ਇਹ ਘਰ ਲੈ ਆਇਆ ਮਾਲ। ਹਰੀ ਦਾ ਸਿਮਰਨ ਛੱਡ ਕੇ, ਭਾਵ ਸੱਤ ਦੀ ਸੰਗਤ ਛੱਡ ਕੇ
ਤੇ ਪੁੱਠਾ ਮਾਲ ਇਕੱਠਾ ਕਰਨਾ ਸ਼ੁਰੂ ਕਰਤਾ, ਵਕਾਰ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ। ਅਬ ਪੁੱਛੇ ਕਿਆ ਕਹਾ, ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਬਰ, ਵੇਖ ਸਿਉ ਗਹਿ ਰਹਾ। ਕਹਿੰਦੇ ਕਾਹੇ ਰੇ ਮਨ ਚਿਤਵੇਂ ਉਦਮ, ਇਹ ਮਨਾ ਤੂੰ ਕਿਹੜੇ ਪੁੱਠੇ, ਤੈਨੂੰ ਲੱਗਦਾ ਵੀ ਮੈਂ ਜਦੋਂ ਤੱਕ ਏਦਾਂ ਪਾਸੇ ਆਸੇ ਹੱਥ ਨਾ ਮਾਰਿਆ ਇਹ ਟੱਬਰ ਭੁੱਖਾ ਮਰ ਜਾਣਾ। ਕਾਹੇ ਰੇ ਮਨ ਚਿਤਵੇਂ ਉਦਮ, ਜਾਂ ਆਹਰ ਹਰ ਜੀਉ ਪਰਿਆ, ਜਿਸ ਆਹਰ ਦੇ ਵਿੱਚ ਉਹ ਰੱਬ ਮਾਲਕ ਆਪ ਲੱਗਾ ਹੋਇਆ, ਆ ਉਹਨੇ ਟੱਬਰ ਭੁੱਖਾ ਨਹੀਂ ਮਰ ਦੇਣਾ। ਤੇਰੇ ਗਿਆਨ ਇੰਦਰੀ ਕਰਮ ਇੰਦਰੀਆਂ ਦਾ ਪ੍ਰਬੰਧ ਉਹਨੇ ਕੀਤਾ ਹੋਇਆ ਹੈ। ਉਹਨੇ ਰਿਜ਼ਕ ਤੇਰੇ ਅੰਦਰ ਪੈਦਾ ਕੀਤਾ ਹੋਇਆ, ਹੱਟ ਖੋਲ੍ਹਿਆ ਹੋਇਆ ਹੈ। ਜਿਨ ਜੀਓ ਦੀਆ ਸੋ ਰਿਜ਼ਕ ਅਮਰਾਵੈ, ਸਭ ਘੱਟ ਭੀਤਰ ਆਵਟ ਚਲਾਵੇ। ਤੇਰੇ ਅੰਦਰ ਉਹਨੇ ਹੱਟ ਖੋਲ੍ਹਿਆ ਹੋਇਆ, ਇਸ ਮਨਾ ਇਸ ਪਰਿਵਾਰ ਨੂੰ ਰਿਜ਼ਕ ਦੇਣ ਦਾ ਹੱਟ ਉਹਨੇ ਅੰਦਰ ਖੋਲ੍ਹਿਆ ਹੋਇਆ। ਪਰ ਤੈਨੂੰ ਲੱਗਦਾ ਵੀ ਇਹਨਾਂ ਭੁੱਖੇ ਮਰ ਜਾਣਾ, ਤੂੰ ਤੇ ਬਾਹਰ ਭੱਜਾ ਫਿਰਦਾ। ਤੂੰ ਸਾਦੀ ਸੰਗਤ ਛੱਡ ਕੇ ਕਿਹੜੇ ਪੁੱਠਿਆਂ ਕੰਮਾਂ 'ਚ ਪੈ ਗਿਆ। ਤਾਂ ਹੀ ਤਾਂ ਭਗਤ ਕਬੀਰ ਜੀ ਦੀ ਬਾਣੀ ਪੜ੍ਹ ਕੇ ਵੇਖੋ, ਮੁਸ ਮੁਸ ਰੋਵੈ ਕਬੀਰ ਕੀ ਮਾਈ, ਐਂ ਹੋ ਕੇ ਲੈ ਕੇ ਰੋਂਦੀ ਹੈ ਕਬੀਰ ਦੀ ਮਾਈ। ਹੁਣ ਆਮ ਸੰਪਰਦਾਇ ਭਗਤਮਾਲਾ ਵਾਲਿਆਂ ਨੇ ਇੱਦਾਂ ਲੋਕਾਂ ਦੇ ਵਿੱਚ ਇਹ ਗੱਲ ਫੈਲਾਈ ਹੈ। ਸਾਡੇ ਕਈ ਬਾਬੇ ਵੀ ਇਹ ਸਾਖੀਆਂ ਸੁਣਾਉਂਦੇ ਰਹੇ ਵੀ ਕਬੀਰ ਦੀ ਮਾਂ ਇੱਦਾਂ ਹੋ ਕੇ ਲੈ ਕੇ ਰੋਂਦੀ ਹੈ, ਭਗਤ ਕਬੀਰ ਜੀ ਦੀ ਮਾਂ ਡੁਸਕ ਡੁਸਕ ਰੋਂਦੀ ਹੈ ਕਿ ਜਦੋਂ ਭਗਤ ਕਬੀਰ ਜੀ ਨੇ ਕੰਮ ਛੱਡ ਦਿੱਤਾ। ਕੀ ਸੋਚੋ, ਜਿਹੜਾ ਬੰਦਾ ਕੰਮ ਛੱਡ ਕੇ ਵਿਹਲਾ ਰਹੇਗਾ ਕਿ ਬਾਣੀ ਉਹਨੂੰ ਮਾਨਤਾ ਦੇਵੇਗੀ? ਬਾਣੀ ਤੇ ਜਿਹੜੀ ਆਪ ਕਹਿ ਰਹੀ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ, ਜਿਹੜੀ ਬਾਣੀ ਕਿਰਤ ਦਾ ਬੜਾਵਾ ਦੇ ਰਹੀ ਹੋਵੇ, ਤਾਂ ਉਹ ਬਾਣੀ ਉਹਨਾਂ ਭਗਤਾਂ ਦੀ ਜਿਨ੍ਹਾਂ ਭਗਤਾਂ ਨੇ ਆਪਣੀ ਜ਼ਿੰਦਗੀ 'ਚ ਕਦੀ ਕੰਮ ਨਹੀਂ ਛੱਡਿਆ। ਕੀ ਹੋ ਸਕਦਾ ਵੀ ਉਹ ਆਪਣੀ ਰੋਜ਼ਮਰਾ ਦੀ ਜ਼ਿੰਦਗੀ 'ਚ ਆਪਣੀ ਪਰਿਵਾਰ ਨੂੰ ਪਾਲਣ ਵਾਲਾ ਕੰਮ ਛੱਡ ਕੇ ਬੈਠੇ ਹੋਣ? ਸੋਚ ਕੇ ਵੇਖੋ ਭਲਾ, ਤੋ ਕਿਹੜਾ ਕੰਮ ਛੱਡਿਆ? ਸੋਚ ਕੇ ਵੇਖੋ। ਮੁਸ ਮੁਸ ਰੋਵੈ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੈ ਰੁਗਰਾਈ। ਉੱਥੇ ਕਬੀਰ ਦੇ ਬੱਚਿਆਂ ਦੀ ਗੱਲ ਨਹੀਂ ਹੋ ਰਹੀ, ਉੱਥੇ ਤਰਨਾ ਬੁਣਨਾ ਸਭ ਤਜੇ ਹੋਏ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਇੱਦਾਂ ਲੱਗਦਾ ਜਿਵੇਂ ਭਗਤ ਕਬੀਰ ਜੀ ਨੇ ਕੰਮ ਛੱਡਤਾ। ਰਹਾਉ ਦਾ ਬੰਦ ਕੀ ਹੈ? ਤਨਣਾ ਬੁਣਨਾ ਸਭ ਤਜੇ ਹੋਏ ਕਬੀਰ, ਹਰ ਕਾ ਨਾਮ ਲਿਖ ਲਿਓ ਸਰੀਰ। ਗ੍ਰਸਤੀ ਨੇ ਭਗਤ ਕਬੀਰ ਜੀ ਇਹਦਾ ਕੰਮ ਛੱਡ ਦਿੱਤਾ ਤੇ ਹਰੀ ਦਾ ਨਾਮ ਸਰੀਰ 'ਤੇ ਲਿਖ ਲਿਆ, ਸਭ ਹਰੀ ਦਾ ਨਾਮ ਜਪਣ ਲੱਗ ਪਏ। ਇਹਦਾ ਅਰਥ ਇਹ ਹੋ ਗਿਆ ਵੀ ਭਗਤ ਕਬੀਰ ਜੀ ਕੰਮ ਛੱਡ ਦਿੱਤਾ ਤੇ ਪਰਿਵਾਰ ਕਿੱਦਾਂ ਰੋਟੀ ਖਾਏਗਾ, ਪਰਿਵਾਰ ਕਿੱਦਾਂ ਪੜ੍ਹੇਗਾ? ਜਿਹੜੇ ਭਗਤ ਕਬੀਰ ਜੀ ਆਪਣੇ ਸਲੋਕਾਂ 'ਚ ਇਹ ਸਲੋਕ ਲਿਖ ਰਹੇ ਨੇ ਵੀ ਨਾਮਾ ਮਾਇਆ ਮੋਹਿਆ ਕਹੇ ਤੋ ਲੋਚਨ ਮੀਤ, ਕਾਹੇ ਛਿਪੋ ਛਾਇਲਾ ਰਾਮ ਨਾ ਲਾਵੋ ਚੀਤ। ਜਿਹੜੇ ਆਪਣੀ ਬਾਣੀ 'ਚ ਲਿਖ ਰਹੇ ਹੋਣ ਵੀ ਨਾਮਾ ਕਹੇ ਤੋ ਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਤੇ ਚੀਤ ਨਿਰੰਜਨ ਨਾਲ। ਜਿਹੜੇ ਕੰਮ ਛੱਡਣ ਦੀ ਸਾਨੂੰ ਸਿੱਖਿਆ ਨਹੀਂ ਦੇ ਰਹੇ, ਸਗੋਂ ਕੰਮ ਕਰਨ ਦੀ ਪ੍ਰੇਰਨਾ ਦੇ ਰਹੇ ਨੇ, ਉਹ ਕੰਮ ਛੱਡ ਸਕਦੇ ਭਲਾ? ਇੱਥੇ ਗੱਲ ਭਗਤ ਕਬੀਰ ਜੀ ਦੇ ਸਰੀਰ ਦੇ ਪਰਿਵਾਰ ਦੀ ਗੱਲ ਨਹੀਂ ਹੋ ਰਹੀ, ਉਹਨਾਂ ਦੇ ਬੱਚੇ ਬੱਚੀਆਂ ਦੀ ਗੱਲ ਨਹੀਂ ਹੋ ਰਹੀ, ਉਹਨਾਂ ਦੇ ਮਾਤਾ ਪਿਤਾ ਦੀ ਗੱਲ ਨਹੀਂ ਹੋ ਰਹੀ, ਪਤਨੀ ਦੀ ਗੱਲ ਨਹੀਂ ਹੋ ਰਹੀ। ਇੱਥੇ ਮਨ ਦੇ ਟੱਬਰ ਦੀ ਗੱਲ ਹੋ ਰਹੀ ਹੈ, ਕਿਉਂਕਿ ਆਹ ਦੋ ਚੀਜ਼ਾਂ ਅਲੱਗ-ਅਲੱਗ ਨੇ। ਮਨ ਦੀ ਫੈਮਿਲੀ ਵੱਖਰੀ ਹੈ ਅਤੇ ਤਨ ਦੀ ਫੈਮਿਲੀ ਵੱਖਰੀ ਹੈ। ਮਨ ਦਾ ਪਰਿਵਾਰ ਵੱਖਰਾ ਹੈ। ਅਤੇ ਹੁਣ ਕਈਆਂ ਬੰਦਿਆਂ ਨੇ ਵਿਆਹ ਹੀ ਨਹੀਂ ਕਰਾਏ, ਛੜੇ ਨੇ, ਹੁਣ ਉਹਨਾਂ ਦੇ ਤਾਂ ਸ਼ਬਦ ਢੁਕਦਾ ਹੀ ਨਹੀਂ। ਫਿਰ ਜਦੋਂ ਆਪਾਂ ਪਰਿਵਾਰ ਦੀ ਗੱਲ ਕਰਾਂਗੇ ਹੁਣ, ਪਰ ਮਨ ਦਾ ਪਰਿਵਾਰ ਸਾਰਿਆਂ ਕੋਲ ਹੈਗਾ। ਹੁਣ ਇੱਥੇ ਇਹ ਸ਼ਬਦ ਨੂੰ ਧਿਆਨ ਨਾਲ ਸੁਣਿਓ। ਭਗਤ ਕਬੀਰ ਜੀ ਦਾ ਸ਼ਬਦ ਹੈ, ਤਨਣਾ ਬੁਣਨਾ ਸਭ ਤਜਿਓ ਹੈ ਕਬੀਰ। ਕਬੀਰ ਨੇ ਆਪਣਾ ਤਨਣਾ ਬੁਣਨਾ, ਇੱਥੇ ਮਨ ਦੀ ਗੱਲ, ਮਨ ਨੇ ਮਨ ਦਾ ਤਾਣਾ ਬਾਣਾ ਸਭ ਛੱਡ ਦਿੱਤਾ ਹੈ। ਅਤੇ ਹਰ ਕਾ ਨਾਮ ਲਿਖ ਲਿਓ ਸਰੀਰ। ਹਰੀ ਦਾ ਨਾਮ ਆਪਣੇ ਸਰੀਰ 'ਤੇ ਲਿਖਣ ਦਾ ਅਰਥ ਕੀ ਹੈ? ਸਰੀਰ 'ਤੇ ਜਿਵੇਂ ਲੋਕ ਇੱਕ ਓਂਕਾਰ ਲਿਖ ਲੈਂਦੇ, ਕਈਆਂ ਤੁਸੀਂ ਵੇਖਿਆ ਗੁੱਟ 'ਤੇ ਇੱਕ ਓਂਕਾਰ ਲਿਖਿਆ ਹੁੰਦਾ। ਇੱਕ ਓਂਕਾਰ ਲਿਖਣ ਨਾਲ ਚੋਰੀ ਕਰਨੀ ਹੱਥ ਬੰਦ ਕਰ ਦੇਵੇਗਾ। ਕਈਆਂ ਨੇ ਇੱਥੇ ਇਹਦਾ ਗਰਦਨ 'ਤੇ ਲਿਖਿਆ ਹੁੰਦਾ, ਕਈਆਂ ਨੇ ਆਪਣੇ ਡੌਲਿਆਂ 'ਤੇ ਖੰਡੇ ਵਾਹੇ ਹੁੰਦੇ, ਇੱਕ ਓਂਕਾਰ ਲਿਖਿਆ ਹੁੰਦਾ। ਇਹਦੇ ਨਾਲ ਕੀ ਹੋ ਜਾਏਗਾ ਭਲਾ? ਜਿਹੜੇ ਅੰਦਰ ਦੇ ਬੁਰੇ ਖਿਆਲ ਆ ਉਹਨਾਂ ਨੇ ਤੁਹਾਨੂੰ ਪੁੱਠਿਆਂ ਕੰਮਾਂ ਤੋਂ ਰੋਕਣਾ ਥੋੜ੍ਹਾ। ਇੱਥੇ ਭਾਵੇਂ ਜਿੰਨਾ ਮਰਜ਼ੀ ਲਿਖ ਲਓ, ਜਿੰਨਾ ਮਰਜ਼ੀ ਲਿਖੀ ਜਾਓ, ਇਹਦੇ ਨਾਲ ਕੀ ਹੋ ਜਾਏਗਾ? ਫਿਰ ਗੱਲ ਨੂੰ ਧਿਆਨ ਨਾਲ ਸੁਣਿਓ। ਹਰ ਕਾ ਨਾਮ ਲਿਖੋ ਲਿਓ ਸਰੀਰ ਦਾ ਅਰਥ ਵਾ, ਜਦੋਂ ਅੰਦਰ ਸੱਚ ਦਾ ਨਾਮ ਲਿਖਿਆ ਗਿਆ, ਹੱਥਾਂ ਨੇ ਆਪਣੇ ਆਪ ਚੰਗੇ ਕੰਮ ਕਰਨੇ, ਪੈਰ ਆਪਣੇ ਆਪ ਸਹੀ ਰਸਤੇ 'ਤੇ ਤੁਰਨਗੇ। ਭਗਤ ਕਬੀਰ ਜੀ ਨੇ ਤਨਣਾ ਬੁਣਨਾ ਭਾਵ ਮਨ ਦਾ ਵਿਕਾਰਾਂ ਦਾ ਤਾਣਾ ਵੜਨਾ ਛੱਡ ਦਿੱਤਾ। ਹਰ ਕਾ ਨਾਮ ਲਿਖ ਲਿਓ ਸਰੀਰ। ਅਤੇ ਮੁਸ ਮੁਸ ਰੋਵੈ ਕਬੀਰ ਕੀ ਮਾਈ, ਜਨਮ ਦੇਣ ਵਾਲੀ ਮਾਂ ਨਹੀਂ ਰੋ ਰਹੀ, ਮਨ ਦੀ ਭੈੜੀ ਮੱਤ ਰੋ ਰਹੀ ਹੈ। ਇਹ ਵੀ ਮਾਂ ਹੈ, ਭੈੜੀ ਮੱਤ ਵੀ ਮਾਂ ਹੈ। ਉਹ ਹੌਕੇ ਲੈ ਕੇ ਰੋਂਦੀ ਹੈ, ਇਹ ਬਾਰਕ ਕੈਸੇ ਜੀਵੇਂ ਰਘੁਰਾਈ। ਕਬੀਰ ਆੜਾ ਟੱਬਰ ਹੈ, ਆ ਅੱਖਾਂ ਕੰਨ ਨਾਸਾਂ, ਇਹ ਕਿੱਦਾਂ ਜਿਉਂਦੇ ਰਹਿਣਗੇ? ਤੂੰ ਤਾਂ ਸਾਰਾ ਕੰਮ ਹੀ ਛੱਡ ਦਿੱਤਾ, ਤੂੰ ਤਾਂ ਪੁੱਠੇ ਕੰਮ ਛੱਡਤੇ। ਕਈ ਵਾਰੀ ਬੰਦਾ ਕੋਈ ਬੇਈਮਾਨੀ ਕਰਦਾ ਹੋਵੇ ਨਾ, ਲਾਗੇ ਕੋਈ ਇਮਾਨਦਾਰੀ ਦੀ ਗੱਲ ਕਰੇ,
ਦੂਜਾ ਨਹੀਂ ਕਹਿੰਦਾ ਲੈ ਤੂੰ ਇਮਾਨਦਾਰ ਬਣ ਗਿਆ ਤੇ ਫਿਰ ਘਰ ਕਿੱਦਾਂ ਚੱਲੂ। ਉਹ ਕਹਿੰਦੇ ਮੁਸ ਮੁਸ ਰੋਵੇ ਕਬੀਰ ਕੀ ਮਾਈ। ਭਗਤ ਕਬੀਰ ਜੀ ਕਹਿੰਦੇ ਜਿਹੜੀ ਮੇਰੇ ਮਨ ਦੀ ਭੈੜੀ ਮੱਤ ਹੈ ਹੌਕੇ ਲੈ ਲੈ ਕੇ ਰੋਂਦੀ ਹੈ, ਇਹ ਬਾਰਕ ਕੈਸੇ ਜੀਵੇਂ ਰਘੁਰਾਈ। ਕਿਉਂਕਿ ਤਨਣਾ ਬੁਰਨਾ ਸਭ ਇਹ ਬਾਰਕ ਕਿਹੜੇ ਸੀ, ਸਾਡੇ ਜਿਹੜੇ ਗਿਆਨ ਅੰਦਰ ਤੇ ਕਰਮ ਅੰਦਰ ਇੱਕ ਟੱਬਰ ਹੈ ਨਾ, ਮਨ ਦਾ ਬੜਾ ਵੱਡਾ ਪਰਿਵਾਰ ਹੈ, ਬੜਾ ਵੱਡਾ ਪਰਿਵਾਰ ਹੈ। ਗੱਲ ਮਨ ਦੀ ਹੋ ਰਹੀ ਹੈ। ਕਿਉਂਕਿ ਜਬ ਲਗ ਤਾਗਾ ਬਾਹੂ ਬੇਹੀ ਤਬ ਲਗ ਬਿਸਰੇ ਰਾਮ ਸਨੇਹੀ। ਭਗਤ ਕਬੀਰ ਜੀ ਕਹਿੰਦੇ ਜਦੋਂ ਤੇ ਮੈਂ ਵਕਾਰਾਂ ਦਾ ਧਾਗਾ ਪਾਉਣ ਲੱਗਦਾ ਉਦੋਂ ਮੈਨੂੰ ਸੱਚ ਭੁੱਲ ਜਾਂਦਾ। ਤਬ ਲਗ ਬਿਸਰੇ ਰਾਮ ਸਨੇਹੀ ਓਸ਼ੀ ਮਤ ਮੇਰੀ ਜਾਤ ਜੁਲਾ ਹਰ ਕਾ ਨਾਮ ਲਹਿਓ ਮੈਂ ਲਾਹ। ਕਹਿਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਰਾਖਾ ਏਕ ਰਘੁਰਾਈ। ਉਹ ਭੈੜੀਏ ਮਤੇ, ਉਹ ਭੈੜੀ ਮਤ ਰੂਪੀ ਮਾਂ ਤੂੰ ਕੋ ਟੈਨਸ਼ਨ ਲੈਣੀ ਆ। ਉਹਨੇ ਮੇਰੇ ਇਸ ਪਰਿਵਾਰ ਦੇ ਰਿਜ਼ਕ ਦਾ ਪ੍ਰਬੰਧ ਖੋਲ੍ਹਿਆ ਹੋਇਆ, ਉਹਨੇ ਅੰਦਰ ਹੱਟ ਖੋਲ੍ਹਿਆ ਹੋਇਆ ਵਾ। ਮੈਨੂੰ ਪੁੱਠੇ ਕੰਮ ਕਰਨ ਦੀ ਲੋੜ ਨਹੀਂ ਹੈ, ਮੈਨੂੰ ਪਾਸੇ ਤਾਣਾ ਬੁਣਨ ਦੀ ਲੋੜ ਨਹੀਂ ਹੈਗੀ। ਗੱਲ ਇੱਥੇ ਮਨ ਦੇ ਪਰਿਵਾਰ ਦੀ ਹੋ ਰਹੀ। ਚਲੋ ਥੋੜ੍ਹੀ ਜਿਹੀ ਹੋਰ ਮਦਦ ਲਈਏ ਆਪਾਂ ਗੁਰੂ ਅਮਰਦਾਸ ਮਹਾਰਾਜ ਦੀ ਬਾਣੀ 'ਚੋਂ, ਆਨੰਦ ਸਾਹਿਬ ਦੀ ਬਾਣੀ 'ਚ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਕਾਹੇ ਰੇ ਮਨ ਚਿਤਵੇਂ ਉਦਮ। ਗੱਲ ਮਨ ਦੀ ਹੋ ਰਹੀ, ਤਨ ਦੀ ਨਹੀਂ ਹੋ ਰਹੀ। ਆਹ ਚੇਤਾ ਰੱਖਿਓ, ਇੱਥੇ ਮਨ ਦੇ ਪਰਿਵਾਰ ਦੀ ਗੱਲ ਹੋ ਰਹੀ ਹੈ। ਮਨ ਨੇ ਸਤ ਸੰਗਤ ਕਰਨੀ ਹੈ, ਮਨ ਨੇ ਝੂਠੀ ਸੰਗਤ ਕਰਨੀ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਕਾਹੇ ਰੇ ਮਨ ਚਿਤਵੇਂ ਉਦਮ। ਇਹ ਮਨਾ ਤੂੰ ਕੋ ਟੈਨਸ਼ਨ ਲੈਣਾ, ਤੂੰ ਕੋਈ ਝੂਠਿਆਂ ਤੌਖਲਿਆਂ 'ਚ ਪਿਆ। ਤੈਨੂੰ ਲੱਗਦਾ ਵੀ ਆਹ ਟੱਬਰ ਭੁੱਖਾ ਮਰ ਜਾਣਾ ਜਦੋਂ ਤੱਕ ਮੈਂ ਗਲਤ, ਕਿਉਂਕਿ ਮਨ ਮੈਲਾ, ਸਭ ਕੁਛ ਮੈਲਾ ਹੈ। ਮਨ ਦੇ ਅੰਦਰ ਗੰਦਾ ਖਿਆਲ ਹੁੰਦਾ ਤੇ ਅੱਖ ਗਲਤ ਵੇਖਦੀ ਹੈ ਨਾ। ਮਨ ਅੰਦਰ ਗੰਦਾ ਖਿਆਲ ਹੁੰਦਾ ਤੇ ਹੱਥ ਚੋਰੀ ਕਰਦੇ, ਮਨ ਅੰਦਰ ਗੰਦਾ ਖਿਆਲ ਹੁੰਦਾ ਤੇ ਪੈਰ ਝੂਠੀਆਂ ਗਵਾਹੀਆਂ ਦੇਣ ਤੁਰਦੇ ਨੇ। ਮਨ ਨੂੰ ਲੱਗਦਾ ਨਾ ਵੀ ਆਹ ਟੱਬਰ ਭੁੱਖਾ ਮਰ ਜਾਣਾ ਜਦੋਂ ਤੱਕ ਮੈਂ ਪੁੱਠੇ ਕੰਮ ਨਾ ਕੀਤੇ। ਕਾਹੇ ਰੇ ਮਨ ਚਿਤਵੇਂ ਉਦਮ। ਜਾਂ ਆਹਰ ਹਰ ਜਿਉ, ਜਿਸ ਆਹਰ ਵਿੱਚ ਉਹ ਮਾਲਕ ਆਪ ਲੱਗਾ ਹੋਇਆ, ਸੱਚ ਅਕਾਲ ਪੁਰਖ ਲੱਗਾ ਹੋਇਆ, ਆਹੇ ਮਨ ਭਾਉ ਕਰਿਆ। ਮਨਾ ਤੂੰ ਕਿਉਂ ਡਰੀ ਕਰੀ ਜਾਂਦਾ, ਤੂੰ ਐਵੇਂ ਤੈਨੂੰ ਟੈਨਸ਼ਨ ਹੈ ਨਾ, ਤੂੰ ਪੁੱਠਿਆਂ ਕੰਮਾਂ 'ਚ ਤੋਰ ਕੇ ਸਾਰੇ ਪਰਿਵਾਰ ਦਾ ਸਤਿਆਨਾਸ਼ ਨਹੀਂ ਮਰਾਇਆ ਤੂੰ। ਤੋ ਗੁਰੂ ਅਮਰਦਾਸ ਮਹਾਰਾਜ ਕੀ ਕਹਿੰਦੇ ਨੇ, ਇਹ ਮਨ ਪਿਆਰਿਆ, ਮਨ ਦੀ ਗੱਲ ਹੋ ਰਹੀ ਹੈ। ਤੂੰ ਸਦਾ ਸੱਚ ਸੰਭਾਲੇ, ਤੂੰ ਸਦਾ ਹੀ ਸੱਚ ਨੂੰ ਸੰਭਾਲਣਾ ਹੈ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਕਿਹੜਾ ਕੁਟੰਬ ਹੁਣ, ਤਨ ਦਾ ਕਿ ਮਨ ਦਾ। ਹੁਣ ਜੇ ਤੇ ਕੁਟੰਬ ਦੀ ਗੱਲ ਹੋਵੇ, ਮੈਂ ਜਿਹੜੀ ਗੱਲ ਪਹਿਲਾਂ ਕਿ ਵੀ ਕਈਆਂ ਬਾਬਿਆਂ ਤੇ ਵਿਆਹ ਹੀ ਨਹੀਂ ਕਰਾਇਆ, ਫਿਰ ਇਹ ਸ਼ਬਦ ਤੇ ਉਹਨਾਂ ਦੇ ਢੁਕਦੇ ਨਹੀਂ, ਕਿਉਂਕਿ ਉਹਨਾਂ ਦਾ ਤਾਂ ਕੁਟੰਬ ਹੈ ਹੀ ਨਹੀਂ। ਫਿਰ ਤੇ ਇਹ ਸ਼ਬਦ ਉਹਨਾਂ ਦੇ ਲੱਗੂ ਜਿਨ੍ਹਾਂ ਦਾ ਪਰਿਵਾਰ ਹੈ। ਆ ਜਿਹੜੇ ਬਾਬੇ ਨਾਂਗੇ ਤੁਰੇ ਫਿਰਦੇ, ਕਈਆਂ ਬਾਬਿਆਂ ਨੇ, ਸਾਡਿਆਂ ਨੇ ਵੀ ਕਈਆਂ ਨੇ ਵਿਆਹ ਨਹੀਂ ਕਰਾਇਆ। ਹੁਣ ਇਹਦਾ ਅਰਥ ਨਹੀਂ ਮੈਂ ਕਹਿੰਦਾ, ਇਹ ਮੈਂ ਗੱਲ ਪਹਿਲਾਂ ਵੀ ਦੁਹਰਾ ਚੁੱਕਾ, ਮਨ ਦੀ ਮਰਜ਼ੀ ਕੋਈ ਵਿਆਹ ਨਾ ਕਰਾਵੇ, 100 ਵਾਰ ਨਾ ਕਰਾਵੇ, ਪਰ ਮੈਂ ਗੱਲ ਸਿਰਫ ਸ਼ਬਦ ਦੀ ਕਰ ਰਿਹਾ। ਫਿਰ ਤਾਂ ਸ਼ਬਦ ਉਹਨਾਂ 'ਤੇ ਢੁਕਦਾ ਹੀ ਨਹੀਂ ਹੈ। ਸ਼ਬਦ ਢੁਕਦਾ ਜਿਨ੍ਹਾਂ 'ਤੇ, ਉਹ ਕਹਿਣਗੇ ਵੇਖੋ ਜੀ ਆਪਾਂ ਤਾਂ ਵਿਆਹ ਹੀ ਨਹੀਂ ਕਰਾਇਆ, ਇਹ ਗੁਰੂ ਅਮਰਦਾਸ ਮਹਾਰਾਜ ਸਾਨੂੰ ਕਿਉਂ ਕਹਿ ਰਹੇ ਨੇ। ਫਿਰ ਤੇ ਗੁਰੂ ਅਮਰਦਾਸ ਜੀ ਦਾ ਤਾਂ ਆਪਣਾ ਵੀ ਪਰਿਵਾਰ ਹੈਗਾ, ਉਹਨਾਂ ਦੇ ਆਪਣੇ ਬੱਚੇ ਬੱਚੀਆਂ ਨੇ, ਉਹਨਾਂ ਦੇ ਮਾਤਾ ਪਿਤਾ ਨੇ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਮਨ ਪਿਆਰਿਆ, ਮਨ ਦੀ ਗੱਲ ਹੋ ਰਹੀ, ਮਨ ਦੇ ਪਰਿਵਾਰ ਦੀ ਗੱਲ, ਤਨ ਦੇ ਪਰਿਵਾਰ ਦੀ ਗੱਲ ਨਹੀਂ ਹੋ ਰਹੀ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਇਹ ਮਨ ਦਾ ਕੁਟੰਬ ਕਿਹੜਾ, ਮਨ ਦਾ ਕੁਟੰਬ ਕਿਹੜਾ, ਜਿਹੜੇ ਗਿਆਨ ਦੇ ਕਰਮ ਦੇ ਚੱਲੇ ਨਾ ਹੀ ਤੇਰੇ। ਜਿਨ੍ਹਾਂ ਨੂੰ ਤੂੰ ਪੁੱਠੇ ਬੰਨੇ ਤੋਰੀ ਜਾਂਦਾ ਹੈ ਨਾ, ਇਹਨਾਂ ਨੂੰ ਤੈਨੂੰ ਸੁੱਖ ਨਹੀਂ ਦੇਣਾ। ਹੁਣ ਤੁਸੀਂ ਵੇਖੋ, ਜੇ ਗਲਤ ਮਨ, ਜੇ ਅੱਖਾਂ ਗਲਤ ਵੇਖਦੀਆਂ, ਪੈਰ ਗਲਤ ਤੁਰਦੇ ਨੇ, ਤੇ ਕਲਪਦਾ ਤੇ ਮਨ ਹੀ ਹੈ ਨਾ ਮੁੜ ਕੇ। ਕੰਨ ਕਹਿੰਦੇ ਅਸੀਂ ਆਪ ਗਲਤ ਸੁਣ ਲਿਆ, ਹੁਣ ਕਲਪੀ ਜਾ ਤਗੜਾ ਹੋ ਕੇ, ਖਿਜੀ ਜਾ ਤਗੜਾ ਹੋ ਕੇ। ਅੱਖਾਂ ਦੀਆਂ ਅਸੀਂ ਗਲਤ ਵੇਖਿਆ, ਤੂੰ ਹੀ ਸਾਨੂੰ ਗਲਤ ਵੇਖਣ ਲਾਇਆ ਸੀ, ਹੁਣ ਦੁੱਖ ਵੀ ਤਾਂ ਤੈਨੂੰ ਹੋਣਾ। ਪੈਰ ਕਹਿੰਦੇ ਜੇ ਤੂੰ ਗਲਤ ਝੂਠੀ ਗਵਾਹੀ ਦੇਣ ਤੂੰ ਹੀ ਤੋਰਿਆ ਸੀ, ਮੈਂ ਤੁਰ ਪਿਆ ਤੇਰੇ ਆਕੇ ਲਾ ਕੇ। ਹੁਣ ਮੈਂ ਤੇ ਘਰ ਆਣ ਕੇ ਬੈੱਡ 'ਤੇ ਮੈਂ ਤਾਂ ਆਣ ਕੇ ਸਿੱਧਾ ਸੌਂ ਗਿਆ। ਹੁਣ ਤਕਲੀਫ ਤਾਂ ਤੈਨੂੰ ਹੋ ਰਹੀ ਹੈ, ਮਨ ਅੰਧੇ ਕੋ ਮਿਲੇ ਸਜਾਏ, ਸਜ਼ਾ ਤਾਂ ਮਨ ਨੂੰ ਮਿਲਣੀ, ਤੇਰੇ ਆਖੇ ਲਾ ਕੇ ਮੈਂ ਤੁਰ ਪਿਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ, ਚੱਲੇ ਨਹੀਂ ਤੇਰੇ ਨਾਲੇ, ਸਾਥ ਤੇਰਾ ਚੱਲੇ ਨਹੀਂ, ਇਹਨੇ ਤੇਰੇ ਜ਼ਿੰਦਗੀ ਜੂਣ ਦੇ ਵਿੱਚ ਕਿਤੇ ਸਾਥ ਨਹੀਂ ਦੇਣਾ। ਹੁਣ ਮਨ ਦੁਖੀ ਹੋ ਰਿਹਾ ਤੇ ਕੰਨ ਕਹਿੰਦੇ ਮੈਨੂੰ ਕੀ ਲੋੜ ਹੈ ਭਾਈ, ਮੈਂ ਤੇਰੇ ਸਾਥ ਥੋੜ੍ਹਾ ਤੁਰਨਾ। ਹੁਣ ਤੂੰ ਜਦੋਂ ਪੰਜਾਂ ਵਕਾਰਾਂ ਦੇ ਨਾਲ ਸਾਨੂੰ ਤੂੰ ਤੋਰਿਆ ਸੀ, ਉਦੋਂ ਤੂੰ ਆਪਣੀ ਮਰਜ਼ੀ ਕੀਤੀ, ਸਾਨੂੰ ਪੁੱਛਿਆ ਤੂੰ?
ਜੋ ਤੂੰ ਖੁਰਾਕ ਦੇ ਗਿਆ ਅਸੀਂ ਉਹ ਖੁਰਾਕ ਲਈ ਗਏ। ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ, ਸਾਥ ਤੇਰੇ ਚੱਲੇ ਨਹੀਂ ਦਾ ਅਰਥ ਕੀ ਹੈ? ਜ਼ਿੰਦਗੀ ਜਿਉਣ 'ਚ ਇਹਨਾਂ 'ਚੋਂ ਇੱਕ ਨੇ ਵੀ ਤੇਰੇ ਨਾਲ ਨਹੀਂ ਤੁਰਨਾ, ਕੋਈ ਉਹ ਤੋਰੇ ਪੁੱਠੇ ਬੰਨੇ। ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈ ਹੈ। ਹੁਣ ਜੇ ਤਾਂ ਪਰਿਵਾਰ ਦੀ ਗੱਲ ਕਰੀਏ, ਕੀ ਪਰਿਵਾਰ ਚਿੱਤ ਨਹੀਂ ਲਾਉਣਾ ਚਾਹੀਦਾ? ਕਿ ਇੱਕ ਗ੍ਰਸਤੀ ਬੰਦੇ ਨੂੰ ਆਪਣੇ ਬੱਚਿਆਂ ਦਾ ਨਹੀਂ ਪਤਾ ਹੋਣਾ ਚਾਹੀਦਾ ਕਿੰਨਵੀਂ ਕਲਾਸ 'ਚ ਬੱਚੇ ਪੜ੍ਹਦੇ ਨੇ, ਮਾਤਾ ਨੂੰ ਕਿਸੇ ਦਵਾਈ ਦੀ ਲੋੜ ਹੈ, ਪਿਤਾ ਨੂੰ ਕਿਸੇ ਮੈਡੀਸਨ ਦੀ ਜ਼ਰੂਰਤ ਹੈ, ਕਿਸੇ ਭੈਣ ਭਰਾ ਦੇ ਦੁੱਖ ਤਕਲੀਫ 'ਚ ਨਾਲ ਖਲੋਣਾ ਇਹ ਕੋਈ ਮਾੜੀ ਗੱਲ ਹੈ? ਸਗੋਂ ਜਿਹੜੇ ਲੋਕ ਪਰਿਵਾਰ ਛੱਡ ਕੇ ਪਹਾੜਾਂ ਦੀਆਂ ਕੰਦਰਾਂ ਜਾ ਵੜੇ, ਖਿੱਚ ਖਿੱਚ ਕੇ ਮਹਾਰਾਜ ਉਹਨਾਂ ਨੂੰ ਥੱਲੇ ਲੈ ਕੇ ਆਏ। ਜਿਹੜੇ ਸਗੋਂ ਪਰਿਵਾਰਾਂ ਨਾਲ ਚਿੱਤ ਤੋੜ ਬੈਠੇ ਸੀ, ਉਹਨਾਂ ਨੂੰ ਸਮਝਾਇਆ ਕਿ ਇਹੋ ਹੀ ਸਮਾਜ ਦੀ ਬੜੀ ਵੱਡੀ ਇੱਕ ਸੇਵਾ ਹੈ, ਵੀ ਸਮਾਜ ਵਿੱਚ ਸੋਹਣੇ ਤਰੀਕੇ ਨਾਲ ਜ਼ਿੰਦਗੀ ਜਿਉਣੀ, ਇਹ ਵੀ ਇੱਕ ਸਮਾਜ ਨੂੰ ਸੋਹਣਾ ਬਣਾਉਣ ਵਿੱਚ ਬੜਾ ਵੱਡਾ ਇੱਕ ਯੋਗਦਾਨ ਹੈ। ਤੋ ਧੰਨ ਗੁਰੂ ਅਮਰਦਾਸ ਮਹਾਰਾਜ ਇੱਥੇ ਬਖਸ਼ਿਸ਼ ਕਰਦੇ ਨੇ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦਿਖਦਾ। ਤੇ ਆਹ ਸ਼ਬਦ ਸੁਣਾ ਕੇ ਨਾ ਦੇਹਧਾਰੀ ਬਾਬਿਆਂ ਨੇ ਚਿਮਟੇ ਖੜਕਾ ਕੇ, ਇਹ ਕੁਟੰਬ ਨਹੀਂ ਤੇਰੇ ਨਾਲ ਜਾਣਾ, ਇਹ ਪਰਿਵਾਰ ਤੇਰੇ ਨਾਲ ਨਹੀਂ ਜਾਣਾ, ਇਹ ਪਰਿਵਾਰ ਨੇ ਤੇਰੇ ਕੰਮ ਨਹੀਂ ਆਉਣਾ। ਤੇ ਜੇ ਅੱਗੇ ਕੋਈ ਸੰਗਤ 'ਚੋਂ ਖੜਾ ਹੋ ਕੇ ਪੁੱਛ ਲਵੇ ਵੀ ਬਾਬਾ ਜੀ ਸਾਡੇ ਤੇ 2-3 ਬੱਚੇ ਆ, ਇਹ ਨਾਲ ਨਹੀਂ ਜਾਣੇ, ਆੜਾ ਐਡਾ ਲਾਣਾ ਇਕੱਠਾ ਕੀਤਾ ਤੁਸੀਂ, ਇਹ ਤੁਹਾਡੇ ਨਾਲ ਜਾਊ ਭਲਾ? ਆ ਜਿਹੜੇ ਐਡੇ ਤੁਸੀਂ ਚੇਲੇ ਇੱਧਰ ਉੱਧਰ ਬਿਠਾਏ ਆ, ਇਹ ਤੁਹਾਡੇ ਨਾਲ ਤੁਰਨਗੇ ਭਲਾ? ਵੀ ਜੇ ਸਾਡੇ ਗ੍ਰਸਤੀਆਂ ਦੇ ਨਹੀਂ ਜਾਣੇ ਤੇ ਜਾਣੇ ਤੁਹਾਡੇ ਵੀ ਨਹੀਂ। ਇੱਥੇ ਗੱਲ ਦੁਨਿਆਵੀ ਪਰਿਵਾਰ ਦੀ ਹੋ ਹੀ ਨਹੀਂ ਰਹੀ, ਗੱਲ ਤੇ ਮਨ ਦੀ ਹੋ ਰਹੀ ਹੈ। ਗੱਲ ਇੱਥੇ ਬੱਚੇ, ਪਤਨੀ, ਮਾਂ, ਬਾਪ, ਭੈਣ, ਭਰਾ ਇਹਦੀ ਨਹੀਂ ਹੋ ਰਹੀ, ਇੱਥੇ ਗੱਲ ਮਨ ਦੀ ਹੋ ਰਹੀ ਹੈ। ਬਸ ਇਹੋ ਪ੍ਰੋਬਲਮ ਸੀ। ਰੁਮਾਲੇ ਪਾਏ ਉੱਤੇ, ਸੋਹਣੇ ਸੋਹਣੇ ਚੌਰ ਕੀਤੇ, ਪਾਲਕੀਆਂ ਸੋਹਣੇ ਸੋਹਣੇ ਚੜਾ ਛੱਡੀਆਂ, ਪਰ ਪੜ੍ਹਿਆ ਨਹੀਂ ਕਿ ਵਿੱਚ ਲਿਖਿਆ ਕੀ ਹੈ। ਹੁਣ ਜਿਹੜੀਆਂ ਸਾਖੀਆਂ ਸੁਣਨੀਆਂ ਅਤੇ ਸੁਣਾਉਣੀਆਂ ਸੌਖੀਆਂ ਨੇ, ਬਾਣੀ ਦੀ ਵਿਚਾਰ, ਇਹ ਗੱਲ ਮੈਂ ਬੇਨਤੀ ਕਰਾਂ, ਬਾਣੀ ਦੀ ਵਿਚਾਰ ਕਰ ਲੱਗਿਆਂ ਵੀ ਸੁਰ ਦਾ ਜ਼ੋਰ ਲੱਗਣਾ, ਅਤੇ ਬਾਣੀ ਦੀ ਵਿਚਾਰ ਸੁਣ ਲੱਗਿਆਂ, ਬਾਣੀ ਦੀ ਵਿਚਾਰ ਕਰਨ ਨਾਲੋਂ ਵੱਧ ਸੁਣਨ ਵਾਲੇ ਦੀ ਸੁਰ ਦਾ ਜ਼ੋਰ ਲੱਗਣਾ। ਪੂਰਾ ਧਿਆਨ ਰੱਖਣਾ ਪੈਣਾ ਕਿੱਦਾਂ ਗੁਰੂ ਸਾਹਿਬ ਨੇ ਗੱਲ ਕੀਤੀ। ਤਾਂ ਸਾਖੀ ਸੁਣਨੀ ਸੌਖੀ ਹੈ, ਗਪੌੜ ਸਾਖੀਆਂ ਤੇ ਸਟੇਜਾਂ 'ਤੇ ਵੀ ਘੜੀਆਂ ਜਾਂਦੀਆਂ ਮਿੰਟਾਂ ਸਕਿੰਟਾਂ ਵਿੱਚ। ਤੂੰ ਗੁਰੂ ਪਾਤਸ਼ਾਹ ਇੱਥੇ ਬਖਸ਼ਿਸ਼ ਕਰਦੇ, ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ, ਐਸਾ ਕੰਮ ਮੂਲੇ ਨਾ ਕੀਚੇ। ਇਹੋ ਜਿਹਾ ਕੰਮ ਮਨਾ ਭੁੱਲ ਕੇ ਨਾ ਕਰੀ, ਜੇ ਤੁਹਾਨੂੰ ਤਾਂ ਪਛਤਾਈਏ ਵੀ ਤੈਨੂੰ ਪਛਤਾਉਣਾ ਪੈ ਜਾਏ, ਉਹ ਕੰਮ ਨਾ ਕਰੀ। ਸਤਿਗੁਰੂ ਕਾ ਉਪਦੇਸ਼ ਸੁਣ, ਤੂੰ ਸਤਿਗੁਰੂ ਦਾ ਉਪਦੇਸ਼ ਸੁਣ। ਕਿਹਨੂੰ ਕਿਹਾ? ਮਨ। ਹੁਣ ਸੁਣਨਾ ਕਿਹਨੇ? ਮਨ ਨੇ। ਤੇ ਮਨ ਕਿਸੇ ਹੋਰ ਆਰ 'ਚ ਲੱਗਾ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ, ਹੋਵੇ ਤੇਰੇ ਨਾਲੇ। ਹਮੇਸ਼ਾ ਮਨਾ ਤੇਰੇ ਨਾਲ ਹੋਏਗਾ, ਹੋਵੇ ਤੇਰੇ ਨਾਲੇ। ਤੇ ਮਹਾਰਾਜ ਕਹਿੰਦੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਹੇ ਪਿਆਰਿਆ ਮਨਾ ਤੂੰ ਸਦਾ ਸੱਚ ਦੀ ਸੰਭਾਲ ਕਰ, ਸਦਾ ਸੱਚ ਨਾਲ ਜੋੜ ਆਪਣੀ ਜ਼ਿੰਦਗੀ ਜਿਉਣ ਦਾ ਤਰੀਕਾ ਸੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ। ਇੱਥੇ ਗੁਰੂ ਅਰਜਨ ਸਾਹਿਬ ਜੀ ਕੀ ਕਹਿੰਦੇ ਨੇ? ਕਾਹੇ ਰੇ ਮਨ ਚਿਤਵੇਂ ਉਦਮ। ਹੇ ਮਨਾ ਤੂੰ ਕਿਉਂ ਪੁੱਠਿਆਂ ਕੰਮਾਂ 'ਚ ਪਿਆ ਹੋਇਆ? ਤੈਨੂੰ ਲੱਗਦਾ ਵੀ ਜੇ ਮੈਂ ਆਹ ਗਲਤ ਨਾ ਵੇਖਿਆ, ਗਲਤ ਨਾ ਸੁਣਿਆ, ਭਾਵ ਤੂੰ ਹੀ ਇਸ ਟੱਬਰ ਨੂੰ ਗਲਤ ਬੰਨੇ ਤੋਰਿਆ ਹੋਇਆ। ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਉ ਪਰਿਆ। ਜਿਸ ਆਹਰ ਵਿੱਚ ਉਹ ਸੱਚ ਮਾਲਕ ਅਕਾਲ ਪੁਰਖ ਆਪ ਲੱਗਾ ਹੋਇਆ, ਜਿਹਨੇ ਇਸ ਟੱਬਰ ਨੂੰ ਰਿਜ਼ਕ ਦੇਣ ਲਈ ਅੰਦਰ ਏਡਾ ਵੱਡਾ ਹੱਟ ਖੋਲ੍ਹਿਆ ਹੋਇਆ। ਮਨਾ ਤੂੰ ਇੱਧਰ ਉੱਧਰ ਹੱਥ ਨਾ ਮਾਰ। ਕਾਹੇ ਰੇ ਮਨ ਚਿਤਵੇਂ ਉਦਮ ਜਾਂ ਆਹਰ ਹਰ ਜੀਉ ਪਰਿਆ। ਅੱਗੇ ਕਹਿੰਦੇ ਨੇ ਸੈਲ ਪੱਥਰ ਮੈਂ ਜੰਤ ਉਪਾਏ, ਤਾ ਕਾ ਰਿਜ਼ਕ ਆਗੇ ਕਰ ਧਰਿਆ। ਸੈਲ ਪੱਥਰ ਮੈਂ ਜੰਤ ਉਪਾਏ। ਹੁਣ ਸੈਲ ਮੀਨਿੰਗ ਪੱਥਰ। ਹੁਣ ਪੱਥਰ ਦੇ ਵਿੱਚ ਆਮ ਜਦੋਂ ਤੁਸੀਂ ਵੇਖੇ ਬਾਬੇ ਸਾਖੀਆਂ ਸੁਣਦੇ, ਵੇਖੋ ਜੀ ਉਹਨੇ ਪੱਥਰਾਂ ਦੇ ਵਿੱਚ ਵੀ ਰਿਜ਼ਕ ਪਹੁੰਚਾ ਦਿੱਤਾ, ਪੱਥਰਾਂ ਵਿੱਚ ਕੀੜਿਆਂ ਵਾਸਤੇ ਵੀ ਉਹਨੇ ਉੱਥੇ ਕੋਈ ਰਸਤਾ ਨਹੀਂ ਹੈਗਾ। ਉਹ ਭਲੇ ਉਹ ਜਿਹੜਾ ਪੱਥਰ ਦੇ ਵਿੱਚ ਕੀੜਾ ਹੈ ਨਾ, ਉਹਦੀ ਖੁਰਾਕ ਵੀ ਪੱਥਰ ਹੀ ਹੈ। ਇਹ ਨਹੀਂ ਵੀ ਉੱਥੇ ਚੌਲ ਅਤੇ ਡਰਾਈ ਫਰੂਟ ਲੈ ਕੇ ਪਹੁੰਚ ਰਿਹਾ ਕੋਈ। ਉੱਥੇ ਜਿਹੜਾ ਪੱਥਰ ਦਾ ਕੀੜਾ ਉਹਦੀ ਖੁਰਾਕ ਵੀ ਪੱਥਰ ਹੀ ਹੈ। ਭਾਵ ਜਾਨੀ ਕਿ ਜੇ ਪੱਥਰ ਦਾ ਕੀੜਾ ਹੈ ਨਾ, ਉਹਦੇ ਵਾਸਤੇ ਉਹਦੀ ਖੁਰਾਕ ਦਾ ਪ੍ਰਬੰਧ ਵੀ ਉੱਥੇ ਹੀ ਹੈ ਜਿੱਥੇ ਹੈਗਾ ਹੈ। ਇਹ ਉਦਾਹਰਨ ਹੈ, ਇਹ ਦੁਨਿਆਵੀ ਇੱਕ ਉਦਾਹਰਨ ਦੇ ਕੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਸਮਝਾਇਆ ਹੈ ਵੀ ਗੱਲ ਮਨ ਨੂੰ ਸਮਝਾਉਣ ਲਈ ਨਾ ਇਹ ਪੱਥਰ ਦੀ ਉਦਾਹਰਨ ਦੇਣੀ ਪਈ ਗੁਰੂ ਸਾਹਿਬ ਨੂੰ। ਵੀ ਸੈਲ ਮਨਾ ਵੇਖ, ਜੇ ਪੱਥਰ ਦੇ ਕੀੜੇ ਵਾਸਤੇ ਪੱਥਰ ਦੀ ਖੁਰਾਕ ਦਾ ਪ੍ਰਬੰਧ ਅੰਦਰ ਹੀ ਕੀਤਾ ਹੋਇਆ ਹੈ। ਸੈਲ ਪੱਥਰ ਮੈਂ ਜੰਤੂ ਪਾਏ,
ਵੀ ਸੈਲ ਪੱਥਰ ਮੈਂ, ਪੱਥਰ ਦੇ ਵਿੱਚ ਜਿਹੜਾ ਜੰਤ ਪੈਦਾ ਹੋਇਆ, ਪੱਥਰ ਦਾ ਜਿਹੜਾ ਕੀੜਾ ਹੈ, ਉਹਦੀ ਖੁਰਾਕ ਵੀ ਤੇ ਪੱਥਰ ਹੀ ਹੈ ਨਾ, ਪੱਥਰ ਹੀ ਖਾ ਰਿਹਾ ਹੈ। ਤਾਂ ਕਰ ਰਿਜ਼ਕ ਆਗੇ ਕਰ ਤਰਿਆ, ਜੀ ਉਹਦਾ ਰਿਜ਼ਕ ਅੱਗੇ ਰੱਖਿਆ ਤੇ ਮਨਾ ਜਿਹੜਾ ਏਡਾ ਵੱਡਾ ਟੱਬਰ ਹੈ, ਇਹਦਾ ਰਿਜ਼ਕ ਨਹੀਂ ਉਹਨੇ ਅੰਦਰ ਰੱਖਿਆ। ਤਾਂ ਆਖਿਆ ਸੀ ਮਨ ਮੇਰਿਆ ਅੰਤਰ ਤੇਰੇ ਨਿਧਾਨ ਹੈ, ਬਾਹਰ ਵਸਤ ਨਾ ਪਾਲ, ਹਰ ਜੀਓ ਉਸ ਹਰੀ ਨੇ ਇਸ ਜਿੰਦ ਦੇ ਵਾਸਤੇ ਸੋਹਣਾ ਪ੍ਰਬੰਧ ਕੀਤਾ ਹੋਇਆ ਹੈ। ਜਿਨ ਜਿਉ ਦਿਆ ਸੋ ਰਿਜ਼ਕ ਅੰਬਰਾਵੇ। ਉੱਥੇ ਵੀ ਰਿਜ਼ਕ ਦੀ ਗੱਲ ਕਿਹਦੀ ਹੋ ਰਹੀ ਹੈ? ਮਨ ਦੇ ਰਿਜ਼ਕ ਦੀ ਗੱਲ ਹੋ ਰਹੀ ਹੈ, ਇਸ ਮਨ ਦੇ ਪਰਿਵਾਰ ਦੇ ਰਿਜ਼ਕ ਦੀ ਗੱਲ ਹੋ ਰਹੀ ਹੈ। ਜਿਨ ਜਿਉ ਦਿਆ ਸੋ ਰਿਜ਼ਕ ਅੰਬਰਾਵੇ, ਸਭ ਘਟ ਭੀਤਰ ਹਾਟ ਚਲਾਵੇ। ਅੱਗੇ ਦੇ ਕਰ ਬੰਦਗੀ ਛਾੜ ਮੈਂ ਮੇਰਾ, ਹਿਰਦੇ ਨਾਮ ਸਮਾਰ ਸਵੇਰਾ। ਮਹਾਰਾਜ ਕਹਿੰਦੇ ਨੇ ਕਾਹੇ ਰੇ ਮਨ ਚਿਤਵੇਂ ਉਦਮ, ਹੇ ਮਨਾ ਤੂੰ ਕਿਹੜੇ ਪੁੱਟ। ਹੁਣ ਵੇਖੋ ਇਸ ਪਰਿਵਾਰ ਨੂੰ ਖੁਰਾਕ ਚਾਹੀਦੀ ਸੱਤ, ਸੰਤੋਖ, ਦਇਆ, ਧਰਮ, ਧੀਰਜ ਦੀ, ਤੇ ਮਨ ਇਹ ਖੁਰਾਕ ਛੱਡ ਕੇ ਹੋਰ ਹੀ ਖੁਰਾਕ ਦੇਣੀ ਸ਼ੁਰੂ ਕਰ ਰਿਹਾ। ਹੁਣ ਦਰਖਤ ਹੈ, ਦਰਖਤ ਦੀ ਖੁਰਾਕ ਪਾਣੀ ਹੈ। ਹੁਣ ਦਰਖਤ ਨੂੰ ਪਾਣੀ ਦੀ ਖੁਰਾਕ ਛੱਡ ਕੇ ਕੋਈ ਕਵੇ ਵੇਖੋ ਜੀ ਤੇਲ ਵੀ ਤੇ ਲਿਕਵਿਡ ਹੀ ਹੈ, ਤੇਖ ਵੀ ਤੇ ਤਰਲ ਪਦਾਰਥ ਹੀ ਹੈ, ਲਿਆ ਕੇ ਤੇਲ ਦਾ ਡਰਮ ਲਿਆ ਕੇ ਦਰਖਤ ਦੀਆਂ ਜੜ੍ਹਾਂ 'ਚ ਪਾ ਦੇ। ਭਲਾ ਦੱਸੋ ਜੀ ਉਹਨੇ ਦਰਖਤ ਨਾਲ ਇਨਸਾਫ ਕੀਤਾ? ਭਾਵੇਂ ਕੋਈ ਕਵੇ ਵੇਖੋ ਜੀ ਤੇਲ ਤੇ ਮਹਿੰਗਾ ਸੀ, ਪਾਣੀ ਤਾਂ ਸਸਤਾ ਸੀ, ਮੈਂ ਤਾਂ ਦਰਖਤ ਦਾ ਫਾਇਦਾ ਕੀਤਾ। ਗੱਲ ਮਹਿੰਗੇ ਸਸਤੇ ਦੀ ਨਹੀਂ, ਦਰਖਤ ਦੀ ਖੁਰਾਕ ਪਾਣੀ ਹੈ, ਉਹਨੂੰ ਪਾਣੀ ਚਾਹੀਦਾ। ਹੁਣ ਲੱਕੜ ਜਿਹੜੀ ਅੱਗ ਹੈ ਉਹਦੀ ਖੁਰਾਕ ਲੱਕੜਾਂ ਨੇ, ਉਹਨੂੰ ਅੱਗ ਪਾਈ ਜਾਓ ਮੱਚਦੀ ਹੈ। ਹੁਣ ਕੋਈ ਕਵੇ ਵੇਖੋ ਜੀ ਮੈਂ ਮਿੱਟੀ ਪਾਈ ਉੱਤੇ ਲਿਆ ਕੇ, ਮਿੱਟੀ ਉਹਦੀ ਖੁਰਾਕ ਥੋੜ੍ਹਾ, ਉੱਤੇ ਅੱਗ ਬੁੱਝ ਜਾਣੀ ਹੈ। ਸਗੋਂ ਜੋ ਜਿੱਥੇ ਜਿੱਥੇ ਪੈਦਾ ਹੋਇਆ ਉਹਦੀ ਉਹ ਖੁਰਾਕ ਹੈ। ਹੁਣ ਦਰਖਤ ਦੀ ਖੁਰਾਕ ਕੀ ਹੈ? ਉਹਨੂੰ ਧਰਤੀ 'ਚੋਂ ਕਿੰਨਾ ਕੁਝ ਮਿਲਦਾ ਹੈ। ਇਸ ਪਰਿਵਾਰ ਦੀ ਖੁਰਾਕ ਕੀ? ਸੱਤ, ਸੰਤੋਖ, ਦਇਆ, ਧਰਮ, ਧੀਰਜ। ਤੂੰ ਇਹਨੂੰ ਛੱਡ ਕੇ ਤੂੰ ਇਹਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਦੇ ਨਾਲ ਆਪਣੇ ਆਪ ਤ੍ਰਿਪਤ ਕਰਨ ਦੀ ਕੋਸ਼ਿਸ਼ ਕਰਦਾ ਪਿਆ। ਤੈਨੂੰ ਲੱਗਦਾ ਵੀ ਜੇ ਮੈਂ ਇੱਧਰ ਉੱਧਰ ਹੱਥ ਨਾ ਮਾਰੇ ਤੇ ਇਹ ਭੁੱਖਾ ਮਰ ਜਾਣਾ ਮੇਰਾ ਸਾਰਾ ਟੱਬਰ। ਗੁਰੂ ਅਰਜਨ ਸਾਹਿਬ ਨੂੰ ਉਦਾਹਰਨ ਦੇਣੀ ਪਈ, ਕਾਹੇ ਰੇ ਮਨ, ਮਨ ਚਿੱਤ ਰੱਖੋ, ਕਾਹੇ ਰੇ ਮਨ ਚਿਤਵੇਂ ਉਦਮ, ਜਾਂ ਆਹਰ ਹਰ ਜਿਉ ਪਰਿਆ ਸੈਲ ਪੱਥਰ ਮੇਂ। ਆ ਉਦਾਹਰਨ ਹੈ ਵੀ ਸੈਲ ਪੱਥਰ ਮੇਂ ਜਨ ਤੋਂ ਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਵੇਖ ਲਾ ਪੱਥਰ ਦੇ ਵਿੱਚ ਵੀ ਉਹਦੇ ਕੀੜੇ ਦਾ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ ਹੈ। ਇਹਦਾ ਅਰਥ ਇਹ ਨਹੀਂ ਵੀ ਬਾਹਰੋਂ ਸਮਾਨ ਜਾਂਦਾ ਉਹਦੇ ਲਈ, ਵੀ ਉੱਥੇ ਕੋਈ ਹੱਟੀ ਨਹੀਂ ਹੈਗੀ, ਵੇਖ ਲਓ ਜੀ ਸਾਰਾ ਪ੍ਰਬੰਧ ਕਿੱਦਾਂ ਉਹਨੇ ਕੀਤਾ ਹੋਇਆ। ਇੱਥੇ ਮਤਲਬ ਹੈ ਪੱਥਰ ਦੇ ਕੀੜੇ ਦਾ ਪ੍ਰਬੰਧ ਪੱਥਰ ਵਿੱਚ ਹੀ ਕੀਤਾ ਹੋਇਆ, ਕਿਉਂਕਿ ਉਹਦੀ ਖੁਰਾਕ ਵੀ ਪੱਥਰ ਹੀ ਹੈ। ਜਿਵੇਂ ਸਮੁੰਦਰ ਦੇ ਵਿੱਚ ਜਿੰਨੇ ਜੀਵ ਜੰਤੂ ਰਹਿੰਦੇ ਨੇ, ਉਦਾਹਰਨਾਂ ਦਿੱਤੀਆਂ ਨਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਇਹ, ਉੱਥੇ ਵੀ ਗੱਲ ਮਨ ਨੂੰ ਸਮਝਾਈ ਹੈ। ਮਨ ਨੂੰ ਸਮਝਾਉਣ ਲਈ ਆਖਿਆ ਗੁਰੂ ਅੰਗਦ ਸਾਹਿਬ ਦਾ ਸਲੋਕ ਹੈ, ਨਾਨਕ ਚਿੰਤਾ ਮਤ ਕਰੋ ਚਿੰਤਾ ਤੇ ਸੀ ਹੈ, ਜਲ ਮੈਂ ਜੰਤ ਉਪਾਏ ਤਿੰਨਾ ਵੀ ਰੋਜੀ ਦੇ। ਉੱਥੇ ਹੱਟ ਨਾ ਚੱਲੇ, ਨਾ ਕੋ ਕਿਰਸ ਕਰੇ, ਸੌਦਾ ਮੂਲ ਨਾ ਹੋਵੇ, ਨਾ ਕੋ ਲਏ ਨਾ ਦੇ, ਜੀਆਂ ਕਾ ਆਹਾਰ ਜੀ ਖਾਣਾ ਇਹ ਕਰੇ। ਉੱਥੇ ਵੀ ਮਨ ਨੂੰ ਸਮਝਾਇਆ, ਮਨਾ ਤੂੰ ਕਿਉਂ ਟੈਨਸ਼ਨ ਲਈ ਜਾਂਦਾ ਹੈ? ਤੈਨੂੰ ਲੱਗਦਾ ਮੈਂ ਜੇ ਇੱਧਰ ਉੱਧਰ ਹੱਥ ਨਾ ਮਾਰਿਆ ਤੇ ਮੇਰੇ ਤੇ ਆੜਾ ਮੇਰੇ ਅੰਦਰ ਦਾ ਟੱਬਰ ਭੁੱਖਾ ਮਰ ਜਾਣਾ ਹੈ। ਗੱਲ ਉੱਥੇ ਤਨ ਦੇ ਪਰਿਵਾਰ ਦੀ ਨਹੀਂ ਹੋ ਰਹੀ, ਮਨ ਦੇ ਪਰਿਵਾਰ ਦੀ ਹੋ ਰਹੀ ਹੈ। ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਿਲੈ ਤੋ ਧਰਿਆ, ਗੁਰ ਪ੍ਰਸਾਦ ਬ੍ਰਹਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਹੇ ਮਾਧੋ ਜੀ, ਹੇ ਮਾਇਆ ਦੇ ਪਤੀ ਵਾਹਿਗੁਰੂ ਅਕਾਲ ਪੁਰਖ ਜੀ, ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋ ਧਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ। ਗੁਰੂ ਦੇ ਪ੍ਰਸਾਦ ਸਦਕਾ ਪਰਮ ਪਦ ਮਿਲ ਗਿਆ, ਭਾਵ ਉਹ ਅਵਸਥਾ ਪ੍ਰਾਪਤ ਹੋ ਗਈ ਜਿੱਥੇ ਹੁਣੇ ਮਨ ਇਸ ਪਰਿਵਾਰ ਨੂੰ ਗਲਤ ਰਸਤੇ ਨਹੀਂ ਤੋਰ ਸਕਦਾ। ਹੁਣ ਇੱਕ ਵੀ ਗਲਤ ਫੁਰਨਾ ਦਿਮਾਗ ਵਿੱਚ ਨਹੀਂ ਆਉਂਦਾ। ਪਰਮ ਪਦ ਪਾਇਆ ਤੇ ਸੂਕੇ ਕਾਸ਼ਟ ਹਰਿਆ। ਹੁਣ ਜਿਵੇਂ ਸੁੱਕਾ ਦਰਖਤ, ਸੁੱਕਾ ਪੌਦਾ ਹਰਿਆ ਹੋ ਜਾਂਦਾ ਹੈ, ਇੱਦਾਂ ਹੀ ਹੁਣ ਮਨ ਸੱਤ ਦੀ ਸੰਗਤ ਨਾਲ ਜੁੜ ਕੇ ਤੇ ਹਰਿਆ ਹੋ ਗਿਆ। ਮਹਾਰਾਜ ਕਹਿੰਦੇ ਨੇ, ਅੱਗੇ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਜਨਨ, ਜਨਨ ਮੀਨਿੰਗ ਮਾਂ, ਜਨਨ ਪਿਤਾ, ਪਿਤਾ ਜਨਨ ਮਾਂ, ਜਨਨ ਪਿਤਾ ਲੋਕ, ਲੋਕ ਮੀਨਿੰਗ ਸਮਾਜ, ਜਨਨ ਪਿਤਾ ਲੋਕ, ਸੁੱਤ ਮੀਨਿੰਗ ਪੁੱਤਰ, ਬਨਤਾ ਮੀਨਿੰਗ ਇਸਤਰੀ। ਇਹ ਪੰਜੇ ਚੀਜ਼ਾਂ ਆ ਗਈਆਂ, ਜਨਨ ਪਿਤਾ ਲੋਕ ਸੁੱਤ ਬਨਤਾ, ਕੋਈ ਨਾ ਕਿਸ ਕੀ ਧਰਿਆ। ਭਾਵ ਇਹਨਾਂ ਵਿੱਚੋਂ ਕੋਈ ਵੀ, ਭਾਵੇਂ ਮਾਂ ਹੈ, ਭਾਵੇਂ ਪਿਤਾ ਹੈ, ਭਾਵੇਂ ਸਮਾਜ ਹੈ, ਭਾਵੇਂ ਪੁੱਤਰ ਹੈ, ਭਾਵੇਂ ਇਸਤਰੀ ਹੈ, ਇਹਨਾਂ ਵਿੱਚੋਂ ਕੋਈ ਵੀ ਇਸ ਪਰਿਵਾਰ ਨੂੰ ਗਲਤ ਰਸਤੇ ਜਾਣ ਤੋਂ ਰੋਕ ਨਹੀਂ ਸਕਦਾ। ਜਦੋਂ ਕਿਸੇ ਬੰਦੇ ਨੇ ਗਲਤ ਰਸਤੇ ਪੈਣਾ, ਮਾਂ ਰੋਕ ਸਕਦੀ ਹੈ?
ਮਾੜਾ ਮੋਟ ਕਹਿ ਸਕਦੀ ਹੈ ਪੁੱਤ ਇੱਦਾਂ ਨਾ ਇੱਦਾਂ ਕਰ, ਪਰ ਰਾਖੀ ਥੋੜ੍ਹਾ ਕਰ ਸਕਦੀ ਹੈ। ਰਾਖੀ ਤੇ ਉਹਨੂੰ ਆਪਣੀ ਆਪ ਕਰਨੀ ਪੈਣੀ। ਆਪਣੇ ਸ਼ਹਿਰ ਦਾ ਕੋਤਵਾਲ ਖੁਦ ਬਣਨਾ ਪੈਣਾ। ਤੁਹਾਡਾ ਬੱਚਾ ਕੋਈ ਕਾਲਜ ਪੜ੍ਹਦਾ, ਤੁਹਾਡਾ ਪੁੱਤਰ ਤੁਹਾਡੇ ਤੋਂ ਦੂਰ ਪੜ੍ਹਦਾ, ਕਿੰਨੀ ਕੁ ਰਾਖੀ ਕਰ ਲਓਗੇ? ਇਹਦਾ ਕੋਈ ਪਰਿਵਾਰ ਦਾ ਕੋਈ ਜੀ ਉਹ ਤੋਂ ਦੂਰ ਬੈਠਾ, ਕਿੰਨੀ ਕੁ ਰਾਖੀ ਕਰ ਲਓ? ਕੋਈ ਕਿਸੇ ਦੀ ਰਾਖੀ ਨਹੀਂ ਕਰ ਸਕਦਾ। ਇਹ ਗੱਲ ਸੱਚ ਹੈ। ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ, ਕਿਸੇ ਨੂੰ ਕਿਸੇ ਦਾ ਆਸਰਾ ਨਹੀਂ। ਹੁਣ ਇਹ ਸਮਝਿਓ, ਇਹਨਾਂ ਵਿੱਚੋਂ ਕੋਈ ਵੀ ਇੱਕ ਦੂਜੇ ਦੀ ਇਸ ਖੁਰਾਕ ਦਾ ਪ੍ਰਬੰਧ ਨਹੀਂ ਕਰ ਸਕਦਾ। ਬਾਣੀ 'ਚ ਲਿਖਿਆ ਗੁਰੂ ਅਰਜਨ ਸਾਹਿਬ ਜੀ ਨੇ, ਨੈਣੋ ਨੀਂਦ ਪਰ ਦ੍ਰਿਸ਼ਟ ਵਿਕਾਰ, ਅੱਖਾਂ ਵਿੱਚ ਨੀਂਦ ਹੈ ਪਰਾਇਆ ਰੂਪ ਤੱਕਣ ਦੀ, ਸਰਵਣ ਸੋਏ ਸੁਣ ਨਿੰਦ ਵਿਚਾਰ, ਰਸਨਾ ਸੋਈ ਲੋਭ ਮੀਠੇ ਸਾਧ, ਮਨ ਸੋਇਆ ਮਾਇਆ ਵਿਸਮਾਦ। ਇਸ ਗ੍ਰਹਿ ਮੈਂ ਐਸ ਸਰੀਰ ਰੂਪੀ ਘਰ 'ਚ ਕੋਈ ਜਾਗਤ ਰਹੇ, ਸਾਬਤ ਵਸਤੂ ਆਪਣੀ ਲਹੈ, ਕਿਉਂਕਿ ਸਗਲ ਸਹੇਲੀ ਆਪਣੇ ਰਸ ਮਾਤੀ, ਸਾਰੇ ਗਿਆਨ ਇੰਦਰੇ ਆਪਣੇ ਆਪਣੇ ਰਸ 'ਚ ਮਸਤ ਹੈ, ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਕਿਉਂਕਿ ਮੁਸਨਹਾਰ ਪੰਚ ਬਟਵਾਰੇ, ਪੰਜ ਠੱਗਣ ਵਾਲੇ ਸੀ। ਸੂਨੇ ਨਗਰ ਜਦੋਂ ਸਾਰੇ ਰਸ ਵਿੱਚ ਮਸਤ ਸੀ, ਉਹ ਆਏ ਪੰਜੇ, ਘਰ ਸੁੰਨਾ ਮਿਲ ਗਿਆ। ਸੂਨੇ ਨਗਰ ਪਰੇ ਠੱਗ ਹਾਰੇ, ਉਨ ਤੇ ਰਾਖੇ ਬਾਪ ਨਾ ਮਾਈ। ਆ ਗਈ ਨਾ ਗੱਲ ਉੱਤੇ। ਜਨਨ ਪਿਤਾ ਲੋਕ ਸੁਤ ਬਨਤਾ, ਉਨ ਤੇ ਰਾਖੇ ਬਾਪ ਨਾ ਮਾਈ। ਕਿਹਨਾਂ ਤੋਂ ਭਾਵ ਇਹਨਾਂ ਪੰਜਾਂ ਵਕਾਰਾਂ ਤੋਂ ਮਾਂ ਬਾਪ ਬਾਈ ਨਹੀਂ ਬਚਾ ਸਕਦੇ। ਕਿੱਦਾਂ ਬਚਾ ਸਕਦੇ? ਜੇ ਤੁਸੀਂ ਕਈ ਬੱਚੇ ਵੇਖੇ ਹੋਣੇ ਨੇ, ਕਈ ਬੱਚੇ ਬਿਨਾਂ ਮਾਂ ਬਾਪ ਤੋਂ ਵੀ ਗਲਤ ਰਸਤੇ ਨਹੀਂ ਪੈਂਦੇ। ਮਾਂ ਬਾਪ ਹੈ ਨਹੀਂ ਤਾਂ ਵੀ ਗਲਤ ਰਸਤੇ ਨਹੀਂ ਪਏ, ਅਤੇ ਕਈ ਮਾਂ ਬਾਪ ਦੇ ਹੁੰਦਿਆਂ ਪੁੱਠਿਆਂ ਕੰਮਾਂ 'ਚ ਪਏ ਹੁੰਦੇ ਨੇ। ਮਾਂ ਬਾਪ ਦੇ ਕੋਲ ਰਿਹਾ ਵੀ ਕਈ ਬੱਚੇ ਪ੍ਰਦੇਸ਼ ਨੇ, ਮਾਂ ਬਾਪ ਕੋਲ ਥੋੜ੍ਹਾ, ਉੱਥੇ ਵੀ ਗਲਤ ਕੰਮ ਕਰਨ ਲੱਗਿਆ 100 ਵਾਰ ਸੋਚਦੇ ਨੇ, ਅਤੇ ਕਈ ਮਾਂ ਬਾਪ ਦੇ ਕੋਲ ਰਹਿ ਕੇ ਵੀ ਪੁੱਠੇ ਕੰਮ ਕਰੀ ਜਾਂਦੇ ਨੇ। ਹੁਣ ਇਹ ਮਾਂ ਬਾਪ ਦੇ ਕੋਲ ਨੇ, ਕਈ ਆਮ ਹੀ ਕਹਿਣਗੇ ਹੁਣ ਮਾਂ ਬਾਪ ਨਹੀਂ ਰਿਹਾ ਜੀ, ਹੁਣ ਤਾਂ ਰੱਬ ਹੀ ਰੱਖਿਆ ਇਹਦਾ, ਅਤੇ ਕੀ ਗਰੰਟੀ ਹੈ? ਇੱਥੇ ਤਾਂ ਨਸ਼ੇ ਛਡਾਊ ਕੇਂਦਰਾਂ 'ਚ ਮਾਵਾਂ ਲਈ ਫਿਰਦੀਆਂ ਨੇ, ਕਈਆਂ ਨੂੰ ਪਿਓ ਲਈ ਫਿਰਦੇ ਨੇ। ਉਹ ਤਾਂ ਮਾਂ ਬਾਪ ਦੇ ਹੁੰਦਿਆਂ ਵੀ ਨਸ਼ਿਆਂ 'ਚ ਪੈ ਕੇ ਗਲਤ ਬੰਨੇ ਤੁਰ ਪਏ। ਇਹ ਕੋਈ ਕਸਵੱਟੀ ਨਹੀਂ ਹੈਗੀ ਵੀ ਮਾਂ ਬਾਪ ਰੋਕ ਪਾਉਣਗੇ, ਕੋਈ ਕਿਸੇ ਨੂੰ ਨਹੀਂ ਰੋਕ ਸਕਦਾ। ਹਰ ਬੰਦੇ ਨੂੰ ਆਪਣੀ ਰਾਖੀ ਖੁਦ ਆਪ ਕਰਨੀ ਪੈਣੀ ਹੈ। ਹੁਣ ਤੇ ਰਾਖੇ ਬਾਪ ਨਾ ਮਾਈ, ਜਨਨ ਪਿਤਾ ਲੋਕ ਸੁਤ ਬਨਤਾ, ਕੋਈ ਨਾ ਕਿਸ ਕੀ ਧਰਿਆ ਦਾ ਅਰਥ ਕੀ ਹੈ? ਵੀ ਇਹਨਾਂ 'ਚੋਂ ਕੋਈ ਵੀ ਕਿਸੇ ਨੂੰ ਕਿਸੇ ਦੇ ਵਿਗੜੇ ਹੋਏ ਮਨ ਦੇ ਪਰਿਵਾਰ ਨੂੰ ਸੁਧਾਰਨ ਵਿੱਚ ਮਦਦ ਨਹੀਂ ਕਰ ਸਕਦਾ। ਹਰ ਇੱਕ ਨੂੰ ਆਪਣੀ ਮਦਦ ਖੁਦ ਆਪ ਕਰਨੀ ਪੈਣੀ ਹੈ। ਜੇ ਇੱਦਾਂ ਹੁੰਦੀ ਨਾ ਤਾਂ ਫਿਰ ਮੋਹਨ ਨੂੰ ਕਮਲਾ ਨਾ ਲਿਖਦੇ ਭਾਈ ਗੁਰਦਾਸ ਜੀ। ਗੁਰੂ ਅਮਰਦਾਸ ਜੀ ਕਹਿੰਦੇ ਜੇ ਮੈਂ ਸੁਧਰਿਆ, ਜੇ ਮੈਂ ਕਰਮਕਾਂਡ ਕਰਕੇ ਇਸ ਬੰਨੇ ਤੁਰਿਆ, ਮੈਂ ਇਸ ਪਦਵੀ ਤੱਕ ਜਾ ਸਕਦਾ, ਮੇਰਾ ਪੁੱਤਰ ਵੀ ਜਾਵੇ। ਕੋਈ ਬਾਪ ਨਹੀਂ ਚਾਹੁੰਦਾ ਮੇਰਾ ਬੱਚਾ ਗਲਤ ਰਸਤੇ ਪਵੇ। ਫਿਰ ਸ੍ਰੀ ਚੰਦ ਦੇ ਸਿਰ 'ਤੇ ਜੜਾਵਾਂ, ਅਤੇ ਉਹ ਉਦਾਸੀ ਮੱਤ ਨੂੰ ਪ੍ਰਵਾਨ ਨਾ ਕਰਦਾ। ਪਰ ਹਰ ਇੱਕ ਬੰਦੇ ਦੀ ਆਪਣੀ ਜ਼ਿੰਮੇਵਾਰੀ ਹੈ, ਹਰ ਇੱਕ ਇਨਸਾਨ ਦੀ ਆਪਣੀ। ਤੁਸੀਂ ਕਹਿ ਸਕਦੇ ਹੋ, ਹੁਣ ਜ਼ੁਬਾਨੀ ਕਲਾਮੀ ਆਪਣੇ ਪੁੱਤਰ ਨੂੰ ਕਹਿ ਸਕਦੇ ਹੋ ਪੁੱਤਰ ਆਹ ਕੰਮ ਨਾ ਕਰੀ, ਪਰ ਜੋ ਕਰਦਾ ਹੈ ਫਿਰ ਵੀ ਤੁਹਾਡੇ ਕਹਿਣ ਦੇ ਬਾਵਜੂਦ ਗਲਤ ਰਸਤੇ ਪੈ ਗਿਆ, ਇਹ 'ਚ ਹੁਣ ਤੁਹਾਡਾ ਕੀ ਕਸੂਰ ਹੈ? ਤੁਸੀਂ ਜੇ ਆਪਣੇ ਵੱਲੋਂ ਫਰਜ਼ ਨਿਭਾਇਆ ਸੀ ਨਾ, ਤੁਸੀਂ ਜੇ ਆਪਣੇ ਵੱਲੋਂ ਜ਼ਿੰਮੇਵਾਰੀ ਨਿਭਾਈ ਹੈ ਨਾ ਵੀ ਉਹ ਨਾ ਤੁਰੇ ਗਲਤ ਰਸਤੇ। ਹਾਂ, ਆਪ ਹੀ ਬੱਚੇ ਨੂੰ ਗਲਤ ਰਸਤੇ ਤੋਰ ਦੇਣਾ ਇਹ ਬੰਦੇ ਦੀ ਗਲਤੀ ਹੈ। ਤੁਸੀਂ ਜੇ ਇੱਕ ਵਾਰੀ ਕੋਸ਼ਿਸ਼ ਕਰੋ, ਆਪਣੇ ਵੱਲੋਂ ਯਤਨ ਕਰੋ ਚੰਗਾ ਬੀਜ ਬੀਜਣ ਦੀ। ਇੱਥੇ ਸ਼ਬਦ ਬੜਾ ਪਿਆਰਾ ਵਰਤਿਆ, ਉਨ ਤੇ ਰਾਖੇ ਬਾਪ ਨਾ ਮਾਈ, ਉਨ ਤੇ ਰਾਖੇ ਮੀਤ ਨਾ ਭਾਈ। ਅੱਛਾ, ਨਾ ਕੋਈ ਮਿੱਤਰ ਤੇ ਭਰਾ ਹੀ ਬਚਾ ਸਕਦਾ। ਕਈ ਭਰਾਵਾਂ ਦੇ ਹੁੰਦਿਆਂ ਮਿੱਤਰਾਂ ਦੇ ਹੁੰਦਿਆਂ ਵੀ ਗਲਤ ਰਸਤੇ ਪੈ ਜਾਂਦੇ ਨੇ। ਦਰਬ ਸਿਆਣਪ ਨਾ ਹੋਏ ਰਹਤੇ, ਦਰਬ ਨਾਲ ਪੈਸੇ ਨਾਲ ਵੀ ਇਹਨਾਂ ਨੇ ਵੱਸ 'ਚ ਨਹੀਂ ਆਉਣਾ। ਤੁਸੀਂ ਪੁੱਠਿਆਂ ਬੰਨਿਆਂ ਤੋਂ ਨਹੀਂ ਰੋਕ ਸਕਦੇ। ਸਿਆਣਪ ਕਿਸੇ ਚਤੁਰਾਈ ਚਲਾਕੀ ਨਾਲ। ਇੱਕੋ ਤਰੀਕਾ ਸਾਧ ਸੰਗ ਹੋਏ ਦੁਸ਼ਟ ਵਸ ਹੋਤੇ, ਸੱਤ ਦੀ ਸੰਗਤ ਕੀਤਿਆਂ ਇਹਨਾਂ ਦੁਸ਼ਟਾਂ ਨੂੰ ਨੱਥ ਪਾਈ ਜਾ ਸਕਦੀ ਹੈ। ਸਾਧ ਸੰਗ ਹੋਏ ਦੁਸ਼ਟ ਵਸ ਹੋਤੇ, ਕਰ ਕਿਰਪਾ ਮੇ ਸਾਰੰਗ ਪਾਣ, ਸੰਤਨ ਧੂਰ ਸਰਬ ਨਿਧਾਨ, ਸਾਬਤ ਪੂੰਜੀ ਸਤਿਗੁਰ ਸੰਗ। ਬਸ ਇਹ ਜਿਹੜੀ ਪੂੰਜੀ ਖੁੱਸਦੀ ਜਾ ਰਹੀ ਹੈ ਨਾ, ਗੁਰੂ ਦੀ ਵਿਚਾਰ ਦੁਆਰਾ ਹੀ ਇਸ ਪੂੰਜੀ ਨੂੰ ਇਕੱਠਿਆ ਕੀਤਾ ਜਾ ਸਕਦਾ। ਤੇ ਇੱਥੇ ਮਹਾਰਾਜ ਕਹਿੰਦੇ ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨਾ ਕਿਸ ਕੀ ਧਰਿਆ, ਕੋਏ ਨਾ ਕਿਸ ਕੀ ਧਰਿਆ। ਭਾਵ ਇਹਨਾਂ ਵਿੱਚੋਂ ਕੋਈ ਵੀ ਇਸ ਮਨ ਦੇ, ਇਸ ਪਰਿਵਾਰ ਨੂੰ ਸੱਚ ਦਾ ਆਸਰਾ ਨਹੀਂ ਦੇ ਸਕਦਾ। ਹਾਂ, ਇੱਕੋ ਹੀ ਹੈ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਮਾਂ ਬਾਪ ਤੋਂ ਦੂਰ ਜਾ ਕੇ ਵੀ ਉਹ ਸਤ ਸੰਗਤ ਨਾਲ ਜੁੜ ਸਕਦਾ, ਅਤੇ ਮਾਂ ਬਾਪ ਦੇ ਕੋਲ ਰਹਿ ਕੇ ਵੀ ਸਤ ਸੰਗਤ ਨਾਲ ਜੁੜ ਸਕਦਾ, ਪਰ ਜੁੜਨਾ ਉਹਨੂੰ ਖੁਦ ਆਪ ਪੈਣਾ ਹੈ। ਤਾਂ ਗੱਲ ਮਨ ਨੂੰ ਸਮਝਾਈ। ਕਹਿਣ ਲੱਗੇ ਊੜਾ, ਹੁਣ ਅਗਲੀ ਉਦਾਹਰਨ ਫਿਰ ਦਿੱਤੀ, ਕਹਿੰਦੇ ਊੜਾ ਉਡਾਵੈ ਸਹਿ ਕੋਸਾਂ, ਇਸ ਪਾਸ਼ੇ ਬਚ ਰਹਿ ਸ਼ਰਿਆ। ਹੁਣ ਦੂਜੀ ਉਦਾਹਰਨ ਦੇ ਦਿੱਤੀ ਕੂੰਜ ਦੀ। ਜਿਹੜੀਆਂ ਕੂੰਜਾਂ ਨੇ, ਹੁਣ ਕਿੱਡੇ ਪਿਆਰੇ ਸ਼ਬਦ ਵਰਤੇ ਨੇ,
ਕਿੰਨੀਆਂ ਪਿਆਰੀਆਂ ਉਦਾਹਰਨਾਂ ਦੇ ਕੇ ਸਮਝਾਇਆ। ਕਹਿੰਦੇ ਜਨਨ ਪਿਤਾ ਲੋਕ ਸੁਤ ਬਨਤਾ ਕੋਈ ਨਾ ਕਿਸ ਕੀ ਧਰਿਆ। ਕਹਿਣ ਲੱਗੇ ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਸਿਰ 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 ਰਿਜਕ ਸੰਭਾਹੇ ਠਾਕੁਰ ਦਾ ਅਰਥ ਕੀ ਹੈ? ਜੋ ਵੀ ਹੈ, ਭਾਵੇਂ ਕੋਈ ਦਰਖਤ ਹੈ, ਭਾਵੇਂ ਆਕਾਸ਼ 'ਚ ਉੱਡਣ ਵਾਲਾ ਪੰਛੀ ਹੈ, ਜਿੱਥੇ ਵੀ ਹੈ, ਉਹਨੇ ਹਰ ਇੱਕ ਦੇ ਰਿਜਕ ਦਾ ਪ੍ਰਬੰਧ ਉਸ ਰੂਪ 'ਚ ਕਿਤੇ ਨਾ ਕਿਤੇ ਕੀਤਾ ਹੋਇਆ। ਉਹ ਜਾਣਾ ਨੂੰ ਆ ਪੈਣਾ। ਹੁਣ ਪਸ਼ੂ ਪੰਛੀ ਹੈ, ਰਿਜਕ ਤੇ ਉਹਨਾਂ ਦਾ ਪਿਆ ਹੈ ਨਾ, ਉੱਡ ਕੇ ਰਿਜਕ ਤੱਕ ਤੇ ਜਾਣਾ ਹੀ ਪੈਣਾ ਹੈ ਨਾ। ਦਰਖਤ ਦਾ ਰਿਜਕ ਧਰਤੀ 'ਚ ਪਿਆ, ਜਿੰਨਾ ਮਰਜ਼ੀ ਲਈ ਜਾਵੇ, ਜਿੰਨਾ ਮਰਜ਼ੀ ਧਰਤੀ 'ਚੋਂ ਤੱਤ ਲਈ ਜਾਵੇ। ਸਿਰ ਸਿਰ ਰਿਜਕ ਸੰਭਾਹੇ ਠਾਕੁਰ, ਉਹ ਅਪੜਾ ਰਿਹਾ, ਉਹਨੇ ਰਿਜਕ ਦਾ ਪ੍ਰਬੰਧ ਆਲਰੇਡੀ ਕੀਤਾ ਹੋਇਆ ਹੈ। ਕਾਹੇ ਮਨ, ਗੱਲ ਮਨ ਨੂੰ ਸਮਝਾਈ, ਮਨ ਤੂੰ ਕਿਉਂ ਪੁੱਠੇ ਪੰਨੇ ਪਿਆ ਹੈ? ਤੂੰ ਕਿਉਂ ਲਿਆ ਕੇ ਗਲਤ ਖੁਰਾਕ ਇਸ ਪਰਿਵਾਰ ਨੂੰ ਦੇਈ ਜਾਂਦਾ ਹੈ? ਤੇਰੇ ਸਾਹਮਣੇ ਹੁਣ ਮੈਂ ਸਾਰੀਆਂ ਉਦਾਹਰਨਾਂ ਦੇ ਕੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਸਮਝਾਤਾ ਵੀ ਸਿਰ ਸਿਰ ਰਿਜਕ ਸੰਭਾਹੇ ਠਾਕੁਰ। ਜਿਹਨੂੰ ਜਿਹਨੂੰ ਜੋ ਜੋ ਰਿਜਕ ਚਾਹੀਦਾ ਉਹ ਰਿਜਕ ਦਾ ਪ੍ਰਬੰਧ ਕੀਤਾ ਹੋਇਆ ਹੈ, ਪਰ ਪਹੁੰਚਣਾ ਪੈਣਾ ਉਸ ਰਿਜਕ ਤੱਕ। ਇਸੇ ਤਰ੍ਹਾਂ ਇਸ ਪਰਿਵਾਰ ਦਾ ਰਿਜਕ ਵੀ ਪਿਆ ਹੋਇਆ। ਹੁਣ ਪਰਿਵਾਰ ਨਹੀਂ ਜਾਂਦਾ ਉਸ ਰਿਜਕ ਤੱਕ, ਇਹ 'ਚ ਸਾਡਾ ਕੀ ਕਸੂਰ ਹੈ? ਰਿਜਕ ਤੇ ਅੰਦਰ ਪਿਆ ਹੋਇਆ, ਅੰਦਰ ਸੱਤ ਸੰਤੋਖ ਦਇਆ ਧਰਮ ਦਾ ਰਿਜਕ ਪਿਆ ਹੈ ਨਾ ਅੰਦਰ। ਸਾਧ ਸੰਗਤ ਜੀ, ਤੁਸੀਂ ਘਰਾਂ 'ਚ ਬੈਠੇ ਸੁਣ ਰਹੇ ਜੇ, ਸੱਤ ਸੰਤੋਖ ਦਇਆ ਧਰਮ ਧੀਰਜ, ਇਹ ਰਿਜਕ ਬੰਦੇ ਦੇ ਅੰਦਰ ਪਿਆ ਹੈ ਨਾ। ਤੇ ਨਹੀਂ ਮੰਨੇ ਲਿਆ, ਇਹ 'ਚ ਕਸੂਰ ਕਿਹਦਾ? ਹੋਰ ਆਪਣਾ ਕਸੂਰ ਹੈ ਨਾ। ਇਹ ਰਿਜਕ ਨਾ ਦੇ ਕੇ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਤੇਲ ਪਾਈ ਜਾਂਦਾ, ਇਹ 'ਚ ਜ਼ਿੰਦਗੀ ਤਬਾਹ ਕਰੀ ਜਾਂਦਾ ਆਪਣੀ। ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ, ਮਨ ਦੀ ਗੱਲ ਹੋ ਰਹੀ ਹੈ। ਕਾਹੇ ਮਨ ਪਾਉ ਕਰਿਆ ਊੜੈ ਉਡਾਵੈ ਸਹਿ ਕੋਸਾਂ। ਇਸ ਤੋਂ ਬਾਅਦ ਅੱਗੇ ਉਦਾਹਰਨ ਦਿੱਤੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਨੇ ਤੀਸਰੇ ਬੰਦ ਵਿੱਚ, ਊੜੈ ਉਡ ਆਵੈ ਸਹਿ ਕੋਸਾਂ। ਕੂੰਜਾਂ ਜਿਹੜੀਆਂ ਨੇ, ਸਾਇਬੇਰੀਆ ਇੱਕ ਇਲਾਕਾ ਹੈ ਜਿੱਥੋਂ ਜਦੋਂ ਸਰਦੀ, ਅੱਤ ਦੀ ਸਰਦੀ ਪੈਣ ਲੱਗਦੀ, ਜਦੋਂ ਉੱਥੇ ਪਾਣੀ ਜੰਮ ਜਾਂਦਾ, ਅੱਤ ਦੀ ਠੰਡ ਹੋ ਜਾਂਦੀ ਹੈ, ਫਿਰ ਉਸ ਇਲਾਕੇ 'ਚੋਂ ਉਡਾਨ ਭਰਦੀਆਂ ਨੇ। ਅਤੇ ਭਾਰਤ ਦੇ ਵੱਖ-ਵੱਖ ਇਲਾਕਿਆਂ 'ਚ, ਕਿਉਂਕਿ ਭਾਰਤ ਦੇਸ਼ ਇੱਦਾਂ ਦਾ ਦੂਜਿਆਂ ਦੇਸ਼ਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਸਰਦੀ ਇੱਥੇ ਘੱਟ ਪੈਂਦੀ ਹੈ। ਤੁਸੀਂ ਆਮ ਹੀ ਆਪਾਂ ਵੇਖਦੇ ਹਾਂ ਇੱਥੇ ਆਮ ਸਰਦੀ ਦਾ ਮਹੀਨਾ ਦਸੰਬਰ ਹੈ, ਜਨਵਰੀ ਹੈ, ਅੱਗੇ ਫਰਵਰੀ ਆਰੰਭ ਹੁੰਦਿਆਂ ਹੀ ਥੋੜ੍ਹਾ ਜਿਹਾ ਇੱਥੇ ਪਾਣੀ ਨਹੀਂ ਜੰਮਦੇ। ਆਪਾਂ ਤੁਸੀਂ ਵੇਖਿਆ ਬਹੁਤ ਕਿਤੇ ਕੇਸ ਇਹੋ ਜਿਹਾ ਵਾਪਰੇ ਤੇ ਪਾਣੀ ਜੰਮਣ ਵਾਲੀ ਇੱਥੇ ਠੰਡ ਪੈਂਦੀ ਨਹੀਂ, ਬਹੁਤ ਘੱਟ। ਉਹ ਸਾਇਬੇਰੀਆ ਇਲਾਕੇ ਕਾਫੀ ਵੱਡਾ ਏਰੀਆ, ਉੱਥੋਂ ਫਿਰ ਇਹ ਕੂੰਜ ਉੱਡਦੀ ਹੈ, ਆਪਣੇ ਬੱਚੇ ਉੱਥੇ ਛੱਡ ਆਉਂਦੀਆਂ ਨੇ, ਆਪ ਉੱਥੋਂ ਉਡਾਨ ਭਰਦੀਆਂ ਨੇ। ਉਡਾਨ ਭਰ ਕੇ ਫਿਰ ਇਹ ਭਾਰਤ ਦੇ ਵੱਖ-ਵੱਖ ਇਲਾਕੇ, ਆਮ ਹੀ ਆਪਾਂ ਵੇਖਦੇ ਹਾਂ ਕੂੰਜਾਂ ਦਰਿਆਵਾਂ ਦੇ ਕੰਢਿਆਂ 'ਤੇ ਕਿੱਦਾਂ ਆਪਾਂ ਨੂੰ ਬੈਠੀਆਂ ਮਿਲਦੀਆਂ ਨੇ, ਕਿੱਦਾਂ ਉਡਾਨ ਭਰ ਕੇ ਆਉਂਦੀਆਂ ਨੇ, ਬੱਚੇ ਆਪਣੇ ਪਿੱਛੇ ਛੱਡ ਆਉਂਦੀਆਂ ਨੇ। ਇਹ ਕਦੋਂ ਆਉਂਦੀਆਂ ਨੇ? ਇਹਦਾ ਜ਼ਿਕਰ ਵੀ ਬਾਣੀ ਵਿੱਚ ਭਗਤ ਫਰੀਦ ਜੀ ਨੇ ਕੀਤਾ ਵੀ ਕੱਤਕ ਕੂੰਜਾਂ, ਕੱਤਕ ਦੇ ਮਹੀਨੇ ਵਿੱਚ ਕੂੰਜਾਂ, ਉਹ ਕੱਤਕ ਦਾ ਮਹੀਨਾ ਜਦੋਂ ਸਰਦੀਆਂ ਵਾਲਾ ਸ਼ੁਰੂ ਹੋ ਜਾਂਦਾ ਹੈ, ਉਧਰੋਂ ਆਉਂਦੀਆਂ ਨੇ ਕੱਤਕ ਕੂੰਜਾਂ। ਚੇਤ ਡੌਂ, ਜਦੋਂ ਚੇਤ ਦੇ ਮਹੀਨੇ 'ਚ ਫਿਰ ਅੱਗੇ ਗਰਮੀ ਦਾ ਮੌਸਮ ਸ਼ੁਰੂ ਹੋ ਜਾਣਾ ਹੈ, ਜਦੋਂ ਇੱਧਰ ਗਰਮੀ ਹੋਣ ਲੱਗ ਪੈਣੀ, ਉਹਨਾਂ ਨੇ ਫੇਰ ਉੱਡ ਕੇ ਵਾਪਸ ਚਲੇ ਜਾਣਾ। ਹੁਣ ਕੱਤਕ ਕੂੰਜਾਂ, ਚੇਤ ਡੌਂ, ਸਾਵਣ, ਬਿਜਲੀਆਂ, ਜਦੋਂ ਅੱਗੇ ਇੱਧਰ ਗਰਮੀ ਸ਼ੁਰੂ ਹੋਣੀ ਹੈ ਅਤੇ ਕੂੰਜਾਂ ਨੇ ਫਿਰ ਵਾਪਸ ਚਲੇ ਜਾਣਾ। ਹੁਣ ਉਹਨਾਂ ਦੇ ਬੱਚੇ ਉੱਥੇ ਨੇ, ਆਪ ਇੱਥੇ ਨੇ। ਹੁਣ ਇੱਥੇ ਲਿਖਿਆ ਊੜੈ ਉਡ ਆਵੈ ਸਹਿ ਕੋਸਾਂ, 100 ਕੋਹਾਂ ਤੋਂ ਉੱਡ ਕੇ ਆਉਂਦੀਆਂ ਨੇ, ਬੜੀ ਲੰਬੀ ਉਡਾਨ ਭਰਦੀਆਂ ਨੇ। ਕਹਿੰਦੇ ਊੜੈ ਉਡ ਆਵੈ ਸਹਿ ਕੋਸਾਂ ਤਿਸ ਪਾਸ਼ੈ ਬਚਰੇ ਸ਼ਰੇਆ, ਉਹ ਆਪਣੇ ਬੱਚੇ ਪਿੱਛੇ ਛੱਡ ਆਉਂਦੀਆਂ ਨੇ। ਤੈਨੂੰ ਕਵਣ ਖਿਲਾਵੇ ਮਨਾ, ਉਹ ਤੇ ਆਪ ਇੱਥੇ ਆ ਗਈਆਂ। ਤੂੰ ਇਸ ਪਰਿਵਾਰ ਨੂੰ ਕਹਿੰਦਾ ਭੁੱਖਾ ਨਾ ਮਰ ਜੇ, ਤੂੰ ਪਤਾ ਨਹੀਂ ਕਿੱਥੇ ਕਿੱਥੇ ਤੁਰਿਆ ਫਿਰਦਾ, ਕਿੱਦਾਂ ਲਿਆ ਕੇ ਤੂੰ ਗਲਤ ਖੁਰਾਕ ਇਸ ਟੱਬਰ ਨੂੰ ਦੇਈ ਜਾਂਦਾ। ਆ ਕੂੰਜਾਂ ਵੱਲ ਵੇਖ ਲਾ, ਤੈਨੂੰ ਕਵਣ ਖਿਲਾਵੇ ਕਵਣ ਚੁਗਾਵੇ ਮਨ ਮੈਂ ਸਿਮਰਨ ਕਰਿਆ। ਬਸ ਆਉਂਦੀਆਂ ਇੱਥੇ ਨੇ। ਹੁਣ ਸਿਮਰਨ ਦਾ ਅਰਥ ਕਿ ਵੀ ਇੱਥੇ ਬੈਠੇ ਬੱਚੇ ਬੱਚੇ ਕਰੀ ਜਾਂਦੀਆਂ ਨੇ। ਉਹ ਕੂੰਜਾਂ ਜਦੋਂ ਇੱਥੇ ਦਰਿਆਵਾਂ ਦੇ ਕੰਢਿਆਂ 'ਤੇ ਬਹਿੰਦੀਆਂ ਨੇ, ਆਣ ਕੇ ਉੱਡਦੀਆਂ ਨੇ, ਉਹ ਆਪਣੇ ਬੱਚਿਆਂ ਦਾ ਨਾਂ ਲੈ ਕੇ ਬੱਚੇ ਬੱਚੇ ਯਾਦ ਕਰਦੀਆਂ ਨੇ ਵੀ ਮੇਰੇ 3 ਨੇ, ਮੇਰੇ 2 ਨੇ, ਮੇਰੇ 4 ਨੇ। ਭਾਵ ਉਹਨਾਂ ਦੇ ਚਿੱਤ ਵਿੱਚ ਹੈਗਾ ਕਿ ਅਸੀਂ ਉੱਥੇ ਬੱਚੇ ਛੱਡ ਕੇ ਆਈਆਂ। ਹੁਣ ਇਹਨੂੰ ਸੌਖਾ ਸਮਝਿਓ। ਇੱਥੋਂ ਹੁਣ ਇਹ ਸਿਮਰਨ ਦੀ ਡੈਫੀਨੇਸ਼ਨ ਵੀ ਬੜੀ ਪਿਆਰੀ ਹੈ ਵੀ ਜਿਵੇਂ ਤੁਸੀਂ ਆਪਣਾ ਪੁੱਤਰ ਧੀ ਵਿਆਹਿਆ, ਕਿਤੇ ਦੂਰ ਚਲਾ ਗਿਆ, ਕਿਸੇ ਦਾ ਪੁੱਤਰ ਕੋਈ ਕਾਲਜ ਪੜ੍ਹਦਾ ਹੈ। ਹੁਣ ਮਾਂ ਆਪਣੇ ਪੁੱਤਰ ਦਾ ਨਾਂ ਭਾਵੇਂ ਦਿਹਾੜੀ 'ਚ ਇੱਕ ਵਾਰ ਵੀ ਨਾ ਲਵੇ, ਪਰ ਮਾਂ ਨੂੰ ਬੱਚਾ ਭੁੱਲਿਆ ਥੋੜ੍ਹਾ ਕਿਤੇ, ਸੁਰਤ ਵੀ ਤਾਂ ਹੈਗਾ। ਹੁਣ ਤੁਸੀਂ ਆਪਣੀ ਧੀ ਵਿਆਹ ਤੀ, ਸਹੁਰੇ ਚਲੇ ਗਈ, ਹੁਣ ਮਾਂ ਬਾਪ ਨੂੰ ਬੱਚੇ ਕਿਤੇ ਭੁੱਲੇ ਹੁੰਦੇ? ਪਤਾ ਤਾਂ ਹੁੰਦਾ ਹੈ ਨਾ, ਪਰ ਨਾ ਭਾਵੇਂ ਉਹ ਦਿਹਾੜੀ 'ਚ ਕੀ 15 ਦਿਨਾਂ 'ਚ ਵੀ ਇੱਕ ਵਾਰ ਨਾਂ ਨਾ ਲਵੇ, ਪਰ ਨਾਂ ਲੈ ਕੇ ਵੀ ਉਹਨੂੰ ਆਪਣੇ ਬੱਚੇ ਨਹੀਂ ਭੁੱਲੇ। ਹੁਣ ਕੂੰਜ ਉੱਥੇ ਮੂੰਹ ਬੋਲ ਕੇ, ਇਹੋ ਅਸਲ 'ਚ ਸਿਮਰਨ ਸੀ, ਯਾਦ ਵੀ ਭੁੱਲੇ ਨਾ। ਹੁਣ ਗੱਲ ਭਾਵੇਂ ਇੱਥੇ ਮਨ ਦੀ ਕੀਤੀ ਹੈ ਵੀ ਊੜੈ ਉਡ ਆਵੈ ਸਹਿ ਕੋਸਾਂ, ਕੂੰਜ ਵੇਖੋ ਕਿਦੋਂ। ਗੱਲ ਮਨ ਨੂੰ ਸਮਝਾਉਣ ਲਈ ਪੱਥਰ ਦੀ ਉਦਾਹਰਨ ਦਿੱਤੀ ਮਹਾਰਾਜ ਨੇ ਵੀ ਮਨਾ ਵੇਖ, ਪੱਥਰ ਦੇ ਵਿੱਚ ਵੀ ਉਹਨੇ ਪ੍ਰਬੰਧ ਕੀਤਾ ਹੋਇਆ। ਭਾਵ ਜਿਹੜਾ ਪੱਥਰ ਦਾ ਕੀੜਾ, ਉਹਦੀ ਖੁਰਾਕ ਅੰਦਰ ਪਈ ਹੋਈ ਹੈ। ਊੜੈ ਉਡ ਆਵੈ ਸਹਿ ਕੋਸਾਂ,
ਤੇ ਸਪਾਸ਼ਾ ਬਚਰੇ ਸ਼ਰਿਆ ਉਹ ਉਸ ਇਲਾਕੇ 'ਚ ਉੱਡ ਕੇ ਆਉਂਦੀਆਂ ਜਿੱਥੇ ਅੱਤ ਦੀ ਠੰਡ ਪੈ ਜਾਂਦੀ ਹੈ। ਫਿਰ ਜਦੋਂ ਇੱਧਰ ਗਰਮੀ ਸ਼ੁਰੂ ਹੁੰਦੀ ਹੈ ਫਿਰ ਉੱਡ ਕੇ ਵਾਪਸ ਚਲਾ ਜਾਂਦੀਆਂ ਨੇ। ਬੱਚੇ ਆਪਣੇ ਪਿੱਛੇ ਛੱਡ ਆਉਂਦੀਆਂ ਨੇ। ਊੜਾ ਊੜਾ ਵੈਸੈ ਕੁਸੰਤ ਸਪਾਸ਼ੇ ਬਚਰੇ ਸ਼ਰਿਆ ਤੈਨ ਕਵਣ ਖਿਲਾਵੈ ਕਵਣ ਚਗਾਵੈ। ਉਹਨੂੰ ਪਿੱਛੇ ਕੌਣ ਖਵਾ ਰਿਹਾ ਜਦੋਂ ਆਪ ਹੀ ਉੱਡ ਕੇ ਆ ਗਈਆਂ, ਮਾਵਾਂ ਹੀ ਉੱਡ ਕੇ ਆ ਗਈਆਂ ਉਹਨੂੰ ਪਿੱਛੇ ਖਵਾਉਣਾ। ਯਾਨੀ ਕਿ ਉਹਨਾਂ ਦਾ ਪ੍ਰਬੰਧ ਪਿੱਛੇ ਕੀਤਾ ਹੋਇਆ ਹੈ। ਜੇ ਉਹਨਾਂ ਦਾ ਪ੍ਰਬੰਧ ਉਸ ਮਾਲਕ ਨੇ, ਉਹਦੇ ਬਣਾਏ ਹੋਏ ਨਿਯਮ ਨੇ, ਜੋ ਸਿਸਟਮ ਬਣਿਆ ਹੋਇਆ। ਹੁਣ ਤਾਂ ਦਰਖਤ ਆਪਾਂ ਇੱਕ ਵਾਰ ਜ਼ਮੀਨ 'ਚ ਲਾਉਂਦੇ ਹਾਂ, ਉਹਨੂੰ ਪਹਿਲਾਂ ਪਾਣੀ ਪਾਉਣਾ ਪੈਂਦਾ, ਮੁੜ ਕੇ ਪਾਣੀ ਦੇਣ ਦੀ ਲੋੜ ਪੈਂਦੀ ਹੈ। ਫਿਰ ਉਹ ਆਪਣਾ ਰਸ ਆਪਣੇ ਆਪ ਧਰਤੀ 'ਚੋਂ ਖਿੱਚੀ ਆਉਂਦਾ। ਉਹਦਾ ਬਣਾਇਆ ਹੋਇਆ ਸਿਸਟਮ ਆਪਣੇ ਆਪ ਧਰਤੀ 'ਚ ਉਹ ਖੁਰਾਕ ਲੈ ਰਿਹਾ, ਤੁਰਿਆ ਰਿਹਾ ਕੰਮ। ਇਸ ਪਾਸ਼ੇ ਵਿਚਰੇ ਛੜਿਆ ਤੈਨੂੰ ਕਵਣ ਖਿਲਾਵੈ ਕਵਣ ਚਗਾਵੈ ਮਨ ਮੈਂ ਸਿਮਰਨ ਕਰਿਆ। ਤਾਂ ਸਿਮਰਨ ਦਾ ਅਰਥ ਕੀ ਹੈ? ਉਹਨੂੰ ਚੇਤਾ ਹੈ ਕਿ ਮੇਰੇ ਪਿੱਛੇ ਬੱਚੇ ਨੇ। ਤਾਂ ਅੱਗੇ ਪਾਤਸ਼ਾਹ ਕਹਿੰਦੇ ਨੇ ਸਭ ਨਿਧਾਨ, ਉਹ ਅਕਾਲ ਪੁਰਖ ਵਾਹਿਗੁਰੂ ਜੀ, ਸਭ ਨਿਧਾਨ 10 ਅਸ਼ਟ 10 ਤੇ ਅਸ਼ਟਮਿਨ 8 18 ਸਿੱਧੀਆਂ ਠਾਕੁਰ ਕਰ ਤਲ ਧਰਿਆ। ਭਾਵ ਹਰ ਇੱਕ ਦੀ ਹਰ ਇੱਕ ਤਾਕਤ, ਹਰ ਇੱਕ ਬਰਕਤ ਉਸ ਮਾਲਕ ਦੇ ਆਪਣੇ ਕੋਲ ਹੈ। ਤੂੰ ਉਹਦੇ ਨਾਲ ਜੁੜ ਜਾ, ਉਹ ਬਰਕਤਾਂ ਤੇਰੇ ਅੰਦਰ ਵੀ ਪੈਦਾ ਪ੍ਰਗਟ ਹੋ ਜਾਣਗੀਆਂ। ਸਭ ਨਿਧਾਨ, ਸਭ ਖਜ਼ਾਨੇ, 10 ਅਸ਼ਟ ਸਿਧਾਂਤ 10 ਤੇ 8 18 ਸਿੱਧੀਆਂ ਮੰਨੀਆਂ ਗਈਆਂ। ਭਾਵ ਸਫਲਤਾਵਾਂ। ਭਾਵੇਂ ਲੋਕ ਜੋਗੀ ਲੋਕ ਪੁੱਠੇ ਬੰਨੇ ਇਹਨਾਂ ਸ਼ਬਦਾਂ ਦੀ ਵਰਤੋਂ ਕਰਦੇ ਸੀ। ਵੇਖੋ ਜੀ, ਪ੍ਰਗਟ ਹੋ ਜਾਣਾ, ਛਿਪ ਜਾਣਾ, ਪਰ ਇਹ ਵੀ ਇੱਕ ਕਰਾਮਾਤ ਹੈ। ਅੱਜ ਕਰਾਮਾਤ ਨਹੀਂ ਹੈ, ਬੰਦੇ ਨੇ ਕਿੰਨੀਆਂ ਪ੍ਰਗਟ ਕਰ ਲਈਆਂ। ਬੰਦੇ ਨੇ ਆਪਣੀ ਜ਼ਿੰਦਗੀ 'ਚ ਸਮਾਜ ਵਿੱਚੋਂ, ਇਸ ਧਰਤੀ 'ਚੋਂ ਕਿੰਨਾ ਕੁਝ ਖੋਜਿਆ। ਕਦੀ ਸਮਾਂ ਹੁੰਦਾ ਸੀ ਪੁੱਤ ਪ੍ਰਦੇਸ਼ ਗਿਆ ਹੋਣਾ, ਉਹਨੇ ਚਿੱਠੀ ਪਾਉਣੀ, ਕਿੰਨਿਆਂ 3 ਮਹੀਨਿਆਂ ਬਾਅਦ ਆਉਣੀ। ਅੱਜ ਬੰਦੇ ਨੇ ਇਸ ਧਰਤੀ 'ਚੋਂ ਇੰਨਾ ਕੁਝ ਖੋਜ ਕੇ ਕੱਢ ਲਿਆ। ਅੱਜ ਇੰਟਰਨੈਟ ਦੇ ਮਾਧਿਅਮ ਰਾਹੀਂ ਅੱਜ ਬਾਪ ਹਜ਼ਾਰਾਂ ਮੀਲ ਦੂਰ ਬੈਠਾ ਆਪਣੇ ਬੱਚਿਆਂ ਨਾਲ ਰੋਜ਼ ਸਕਾਈਪ 'ਤੇ ਗੱਲ ਕਰਦਾ। ਇੰਟਰਨੈਟ ਦੇ ਮਾਧਿਅਮ ਰਾਹੀਂ ਕੱਢਿਆ ਨਾ ਬੰਦੇ ਨੇ ਖੋਜ ਕੇ। ਦੇ ਵਿੱਚੋਂ ਇਹ ਵੀ ਇਹ ਕਰਾਮਾਤ ਨਾਲੋਂ ਘੱਟ ਹੈ ਗੱਲ। ਬੰਦੇ ਨੇ ਕਿੱਥੋਂ ਪ੍ਰਾਪਤ ਕਰ ਲਈ? ਹਜ਼ਾਰਾਂ ਮੀਲ ਸਫ਼ਰ ਕੁਝ ਘੰਟਿਆਂ 'ਚ ਤੈਅ ਹੋ ਜਾਂਦਾ। ਉੱਦਾਂ ਕਦੀ ਜੋਗੀ ਲੋਕ ਕਹਿੰਦੇ ਇਹ ਸ਼ਕਤੀਆਂ ਉੱਡ ਕੇ ਪ੍ਰਾਪਤ ਕਰ ਲੈਣੀਆਂ। ਅੱਜ ਬੰਦੇ ਨੇ ਪੈਸਾ ਕਮਾਇਆ। ਤੁਸੀਂ ਵੇਖਿਆ ਕਰੋਨਾ ਵਾਇਰਸ ਕਰਕੇ ਕਈ ਬੰਦੇ ਆਪਣਾ ਪਲੇਨ ਦੇ ਰਾਹੀਂ ਸਫ਼ਰ ਕਰਕੇ ਆਏ। ਉਹਨਾਂ ਨੇ ਪਰਵਾਹ ਨਹੀਂ ਕੀਤੀ ਵੀ ਕਿੰਨੇ ਲੱਖ ਦੀ ਟਿਕਟ ਲੱਗਦੀ ਹੈ। ਇਹਦਾ ਮਤਲਬ ਬੰਦੇ ਕੋਲ ਪੈਸਾ ਸੀ, ਬੰਦੇ ਨੇ ਉਹ ਸ਼ਕਤੀ ਖਰੀਦੀ ਕਿ ਨਹੀਂ। ਇਹੋ ਜਿਹੇ ਬੰਦੇ ਵੀ ਹੈਗੇ ਜਿਨ੍ਹਾਂ ਨੇ ਪੂਰਾ ਪਲੇਨ ਖਰੀਦਣ ਤੱਕ ਵੀ ਗਏ। ਵਜ੍ਹਾ ਕੀ ਸੀ? ਪੈਸਾ ਹੈਗਾ ਸੀ ਅਗਲੇ ਦੇ ਕੋਲ। ਇਹ ਤੋਂ ਪਤਾ ਲੱਗਦਾ ਵੀ ਇਹਦਾ ਅਰਥ ਵੀ ਗੁਰੂ ਸਾਹਿਬ ਜੀ ਨੇ ਉਹ ਥੋਥੀਆਂ ਕਰਾਮਾਤਾਂ ਤੋਂ ਰੋਕਿਆ। ਸਮਝਾਈ ਗੱਲ ਇਹ ਵੀ ਬੰਦਿਆ ਸੱਚ ਨਾਲ ਜੁੜ। ਉਹ ਠਾਕੁਰ ਕਰ ਤਲ ਧਰਿਆ, ਠਾਕੁਰ ਕਰ ਤਲ ਧਰਿਆ। ਉਸ ਠਾਕੁਰ ਦੇ ਕੋਲ ਨੇ ਸਾਰੀਆਂ। ਅਤੇ ਉਹ ਠਾਕੁਰ ਤੇਰੇ ਅੰਦਰ ਨਹੀਂ ਹੈਗਾ? ਸਾਰੀਆਂ ਸ਼ਕਤੀਆਂ ਤੇਰੇ ਅੰਦਰ ਨਹੀਂ ਹੈਗੀਆਂ ਭਲਾ? ਜੋ ਮਾਲਕ ਦੇ ਕੋਲ ਸ਼ਕਤੀਆਂ ਹੈਗੀਆਂ, ਉਹ ਮਾਲਕ ਉਸ ਹਰ ਇੱਕ ਤਾਕਤ ਦਾ ਮਾਲਕ ਹੈ, ਅਤੇ ਉਹ ਤੇਰੇ ਅੰਦਰ ਤਾਕਤ ਨਹੀਂ ਹੈਗੀ। ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਤ ਬਲ ਜਾਈਏ। ਨਾਨਕ ਤਾਂ ਆਪਣੇ ਉਸ ਮਹਾਨ ਤਾਕਤ ਦੇ ਮਾਲਕ ਤੋਂ ਕੁਰਬਾਨ ਜਾਂਦਾ। ਜਨ ਨਾਨਕ ਬਲ ਬਲ ਸਦ ਬਲ ਜਾਈਏ, ਤੇਰਾ ਅੰਤ ਨਾ ਪਾਰਾ। ਮੈਂ ਤੇ ਕੁਰਬਾਨ ਜਾਨਾ, ਤੁਹਾਡਾ ਉਰਲਾ ਤੇ ਪਰਲਾ ਬੰਨਾ ਲੱਭਣਾ ਮਾਲਕ ਜੀ ਮੇਰੇ ਵੱਸੋਂ ਬਾਹਰ ਦੀਆਂ ਗੱਲਾਂ ਨੇ। ਤੁਸੀਂ ਮਹਾਨ ਤਾਕਤ ਦੇ ਮਾਲਕ ਹੋ। ਤੋ ਜੇ ਇਹ ਸਿੱਧੀਆਂ ਸਭ ਨਿਧਾਨ ਖਜ਼ਾਨੇ 10 ਅਸ਼ਟ ਸਿਧਾਨ ਸਿੱਧੀਆਂ ਤੇ 18 ਸਿੱਧੀਆਂ ਮੰਨੀਆਂ ਗਈਆਂ ਜੋਗੀ ਲੋਕਾਂ ਦੇ ਵਿੱਚ। ਆਮ ਲੋਕ ਮੰਨਦੇ ਸੀ ਇਹਨਾਂ ਕਰਾਮਾਤਾਂ ਨੂੰ। ਇਹ ਸਭ ਤੋਂ ਵੱਡੀ ਕਰਾਮਾਤ ਹੈ। ਗੁਰੂ ਸਾਹਿਬ ਨੇ ਜ਼ਿੰਦਗੀ, ਜਿਵੇਂ ਉਹ ਕਹਾਣੀ ਨਹੀਂ ਆਉਂਦੀ ਵੀ ਇੱਕ 2 ਭਰਾ ਸੀ, ਇੱਕ ਜੋਗੀ ਬਣ ਗਿਆ, ਬਾਹਰ ਚਲਾ ਗਿਆ, ਰੱਬ ਨੂੰ ਲੱਭਣ ਤੁਰ ਪਿਆ, ਸ਼ਕਤੀਆਂ ਲੱਭਣ ਤੁਰ ਪਿਆ। ਅਤੇ ਇੱਕ ਦੂਜਾ ਗ੍ਰਸਤੀ ਆਪਣੇ ਘਰੇ ਬੈਠਾ ਸੀ। ਉਹ ਜਦੋਂ ਇੰਨਿਆਂ ਸਾਲਾਂ ਬਾਅਦ ਵਾਪਸ ਪਰਤ ਕੇ ਆਇਆ ਤਾਂ ਉਹਨੂੰ ਕਹਿੰਦਾ ਵੀ ਤੂੰ ਕਿੰਨੀਆਂ ਸ਼ਕਤੀਆਂ ਪ੍ਰਾਪਤ ਕਰਕੇ ਆਇਆ? ਕਹਿੰਦਾ ਬੜੀਆਂ ਸ਼ਕਤੀਆਂ। ਕਹਿੰਦਾ ਤੂੰ ਘਰ ਸਾਰੀ ਜ਼ਿੰਦਗੀ ਤਬਾਹ ਕਰ ਲਿਆ, ਗ੍ਰਸਤੀ ਬਣ ਕੇ ਕੀ ਖਟੇ ਤੂੰ ਉਹਦੇ 'ਚੋਂ? ਉਹ ਹੱਸ ਕੇ ਗ੍ਰਸਤੀ ਬੜੇ ਤਰੀਕੇ ਨਾਲ ਡੰਡਾ ਇੱਦਾਂ ਜ਼ੋਰ ਨਾਲ ਸੁੱਟ ਕੇ ਆਂਦਾ ਵੀ ਆਪਣੇ ਭਰਾ ਨੂੰ ਜਿਹੜਾ ਜੋਗੀ ਬਣਿਆ ਸੀ, ਜਿਹੜਾ ਬਾਹਰ ਬਾਬਿਆਂ ਕੋਲੋਂ ਕਰਾਮਾਤਾਂ ਸਿੱਖਿਆ ਸੀ, ਕਹਿੰਦਾ ਉਹ ਡੰਡਾ ਸੁੱਟਿਆ, ਚੁੱਕ ਕੇ ਲਿਆ ਭਲਾ ਉਹਨੂੰ ਇੱਥੇ। ਤੇਰੇ ਕੋਲ ਕੋਈ ਸ਼ਕਤੀ ਹੈਗੀ ਹੈ ਵੀ ਸ਼ਕਤੀ ਨਾਲ ਡੰਡਾ ਚੁੱਕ ਕੇ ਇੱਥੇ ਲਿਆ? ਹੁਣ ਸ਼ਕਤੀ ਹੁੰਦੀ ਤੇ ਡੰਡਾ ਚੁੱਕ ਕੇ ਲੈ ਕੇ ਆਉਂਦਾ। ਕਹਿੰਦਾ ਤੂੰ ਲਿਆ ਸਕਦਾ? ਕਹਿੰਦਾ ਹਾਂਜੀ ਲਿਆ ਸਕਦਾ, ਮੇਰੇ ਕੋਲ ਸ਼ਕਤੀ ਹੈ। ਕਹਿੰਦਾ ਕਿਹੜੀ? ਉਹਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰੀ। ਕਹਿੰਦਾ ਪੁੱਤਰਾ ਭੱਜ ਕੇ ਡੰਡਾ ਫੜ ਕੇ ਲਿਆਈ। ਕਹਿੰਦਾ ਮੈਂ ਆਪਣੀ ਸ਼ਕਤੀ ਘਰ 'ਚ ਹੀ ਪੈਦਾ ਕੀਤੀ ਹੈ। ਹੁਣ ਇਹਨਾਂ ਤੋਂ ਗੱਲਾਂ ਪਤਾ ਲੱਗ ਤੁਹਾਡੀਆਂ ਇਹਨਾਂ ਸ਼ਕਤੀਆਂ ਦਾ ਕੀ ਫਾਇਦਾ। ਹੁਣ ਜਿਵੇਂ ਕਹਾਣੀ ਆਉਂਦੀ ਜੀ ਮੈਂ ਪਾਣੀ 'ਤੇ ਤੁਰ ਕੇ ਜਾ ਸਕਦਾ। ਕਹਿੰਦਾ ਹੱਦ ਹੋ ਗਈ, ਪਾਣੀ 'ਤੇ ਤੁਰ ਕੇ ਇੰਨੇ ਸਾਲਾਂ ਦੀ ਮਿਹਨਤ 'ਤੇ ਤੂੰ ਇਹ ਸ਼ਕਤੀ ਪ੍ਰਾਪਤ ਕੀਤੀ ਵੀ ਪਾਣੀ 'ਤੇ ਤੁਰ ਕੇ ਜਾ ਸਕਦਾ। ਅਤੇ ਮੈਂ ਥੋੜ੍ਹੇ ਜਿਹੇ ਪੈਸੇ ਦੇ ਕੇ ਮੈਂ ਬੇੜੀ 'ਤੇ ਪਾਰ ਹੋ ਸਕਦਾ।
ਮੈਂ ਉਹ ਦੂਜੇ ਬੰਨੇ ਆਪਣੀ એનર્ਜੀ ਨੂੰ ਲਾਤਾ, ਸੋਚ ਨੂੰ ਲਾਤਾ। ਹੁਣ ਸੋਚ ਕੇ ਵੇਖੋ, ਇਹ ਥੋਥੀਆਂ ਕਰਾਮਾਤਾਂ 'ਚੋਂ ਸਮਾਜ ਨੂੰ ਕੁਝ ਨਹੀਂ ਮਿਲਿਆ, ਪਰ ਬਹੁਤੇ ਲੋਕ ਇਹ ਥੋਥੀਆਂ ਕਰਾਮਾਤਾਂ ਦੇ ਪਿੱਛੇ ਆਪਣੀ ਪੂਰੀ ਜ਼ਿੰਦਗੀ ਦਾ ਕੀਮਤੀ ਸਮਾਂ ਅਜਾਈਂ ਗਵਾਉਂਦੇ ਰਹੇ। ਮਹਾਰਾਜ ਨੇ ਸਿੱਧਾ ਕਹਿਤਾ, ਸਭ ਨਿਧਾਨ 10 ਅਸ਼ਟ 10 ਤੇ 8 18 ਸਿੱਧੀਆਂ ਠਾਕੁਰ ਕਰਤਾ ਤਲਿਆ। ਜੇ ਉਸ ਮੇਰੇ ਠਾਕੁਰ ਦੇ ਕੋਲ ਹੈਗੀਆਂ, ਉਹ ਮੇਰੇ ਵੀ ਅੰਦਰ ਹੈਗਾ। ਇਹਦਾ ਅਰਥ ਬੰਦੇ ਦੀ ਇਸ ਤਾਕਤ ਨੇ, ਬੰਦੇ ਦੀ ਇਸ ਸ਼ਕਤੀ ਨੇ ਕਿੰਨਾ ਕੁਝ ਪ੍ਰਗਟ ਕੀਤਾ ਸਾਡੇ ਸਾਹਮਣੇ। ਕਦੀ ਸਮਾਂ ਹੁੰਦਾ ਸੀ, ਸੋਚ ਕੇ ਵੇਖੋ ਅੱਜ ਕਿੰਨੀਆਂ ਕਾਢਾਂ। ਅੱਜ ਆ ਮਾਈਕ ਹੈ, ਇੱਕ ਵਾਰੀ ਬੰਦਾ ਬੋਲਦਾ, ਬਾਅਦ ਵਿੱਚ ਦੁਨੀਆ ਤੋਂ ਬੰਦਾ ਚਲਾ ਗਿਆ, ਪਰ ਉਹਦੀ ਆਵਾਜ਼ ਅੱਜ ਵੀ ਹੈਗੀ ਹੈ। ਸੋਚ ਕੇ ਵੇਖੋ, ਇਹ ਬੰਦੇ ਦੀ ਸ਼ਕਤੀ ਨੇ ਇੱਦਾਂ ਦੀ ਕਾਢ ਕੱਢੀ ਨਾ। ਪੁਰਾਣੇ ਸਮਿਆਂ ਨੂੰ ਜਦੋਂ ਪਹਿਲੀ ਵਾਰ ਕਿਤੇ ਕੋਈ ਇੱਦਾਂ ਦਾ ਸਿਸਟਮ ਆਇਆ ਹੋਏਗਾ, ਜਦੋਂ ਰੇਡੀਓ ਪਹਿਲੀ ਵਾਰ ਚੱਲਿਆ ਹੋਏਗਾ, ਕੋਈ ਬੰਦਾ ਉਹਦੇ ਲਾਗੇ ਗੱਲ ਕਰਦਾ, ਭਾਈ ਕੋਈ ਇਹੋ ਜਿਹਾ ਸਿਸਟਮ ਆਉਣਾ ਜਿਹੜਾ ਬੰਦਾ ਬੋਲੂ ਉਹਦੀ ਆਵਾਜ਼ ਵੀ ਆਊਗੀ, ਉਹ ਬੰਦੇ ਮੰਨਣਗੇ ਉਸ ਵੇਲੇ ਵੀ ਇੱਦਾਂ ਕਿੱਦਾਂ ਹੋ ਸਕਦਾ। ਪਰ ਆ ਗਿਆ ਨਾ, ਹੁਣ ਇਹ ਤੋਂ ਅੱਗੇ ਦੀਆਂ ਗੱਲਾਂ ਵੀ ਆ ਜਾਣੀਆਂ, ਕੱਢੀ ਜਾਣਾ ਅਗਲੇ 'ਚੋਂ, ਖੋਜ ਕਰੀ ਜਾਓ, ਇਹ ਤੋਂ ਨਵੀਂ ਤਕਨੀਕ ਨਿਕਲਦੀ ਆਉਣੀ ਹੈ। ਇਹ ਤੋਂ ਪਤਾ ਲੱਗਦਾ ਮਹਾਰਾਜ ਕਹਿੰਦੇ, ਬੰਦਿਆ ਹੈ ਤਾਂ ਤੇਰੇ ਅੰਦਰ ਵੀ ਸਭ ਕੁਝ, ਜੇ ਬਾਹਰ ਇੰਨੀ ਖੋਜ ਕਰ ਸਕਦਾ, ਥੋੜ੍ਹਾ ਜਿਹਾ ਅੰਦਰ ਨੂੰ ਧਿਆਨ ਦੇ। ਐਵੇਂ ਆਪਣੇ ਮਨ ਨੂੰ ਪੁੱਠੇ ਬੰਨੇ ਨਾ ਲਾ, ਮਨ ਨੂੰ ਸੱਤ ਦੀ ਖੁਰਾਕ ਦੇ। ਤਾਂ ਗੁਰਦੇਵ ਜੀ ਕਹਿੰਦੇ ਨੇ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ, ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰਾ ਵਰੇ। ਮਹਾਰਾਜ ਜੀ ਤੁਹਾਡਾ ਅੰਤ ਨਹੀਂ ਪੈਸਾ, ਤੁਸੀਂ ਬੇਅੰਤ ਜੇ। ਤੇ ਮਨ ਨੂੰ ਸਮਝਾਇਆ, ਹੇ ਮਨਾ ਸਤ ਦੀ ਸੰਗਤ ਕਰ ਮੇਰੇ ਮਾਧੋ ਜੀ, ਸਤ ਸੰਗਤ ਮਿਲੈ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਜਿਵੇਂ ਸੁੱਕਾ ਪੌਦਾ ਪਾਣੀ ਦੇ ਦੀ ਹਰਿਆ ਹੋ ਜਾਂਦਾ। ਮਨਾ ਤੂੰ ਆਸੇ ਪਾਸੇ ਨਾ ਭਟਕ, ਇਸ ਪਰਿਵਾਰ ਨੂੰ ਗਲਤ ਖੁਰਾਕ ਦੇਣ ਦੀ ਕੋਸ਼ਿਸ਼ ਨਾ ਕਰ। ਕਾਹੇ ਰੇ ਮਨ ਚਿਤ ਮੇਂ ਉਦਮ, ਜਾਂ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮੈਂ ਜੰਤੋ ਪਾਏ ਤਾ ਕਰ ਜਿਕ ਆਗੇ ਕਰ। ਮਨ ਨੂੰ ਸਮਝਾਇਆ, ਮਨਾ ਇਸ ਆਪਣੇ ਗਿਆਨ ਇੰਦਰੇ ਕਰਮ ਇੰਦਰਿਆਂ ਦੇ ਏਡੇ ਵੱਡੇ ਪਰਿਵਾਰ ਨੂੰ ਸਹੀ ਖੁਰਾਕ ਦੇਣ ਦੀ ਕੋਸ਼ਿਸ਼ ਕਰ, ਤੇ ਉਹ ਖੁਰਾਕ ਅੰਦਰ ਪਈ ਹੋਈ ਹੈ। ਜਿਵੇਂ ਪੱਥਰ ਦੇ ਕੀੜੇ ਦੀ ਖੁਰਾਕ ਅੰਦਰ ਪਈ ਹੋਈ ਹੈ। ਜਿਵੇਂ ਕੂੰਜ ਆਪਣੇ ਬੱਚੇ ਪਿੱਛੇ ਛੱਡ ਆਉਂਦੀ ਹੈ, ਉਹ ਆਪਣੇ ਮਨ 'ਚ ਸੋਚਦੀ ਹੈ, ਪਰ ਉਹਦਾ ਪ੍ਰਬੰਧ ਕੀਤਾ ਹੋਇਆ ਹੈ। ਬਸ ਇੱਦਾਂ ਚੇਤਾ ਰੱਖ, ਇੱਦਾਂ ਸਿਰ ਸਿਰਜਕ ਸੰਭਾਹੇ ਠਾਕਰ, ਹਰ ਇੱਕ ਦੇ ਰਿਜ਼ਕ ਦਾ ਪ੍ਰਬੰਧ ਕੀਤਾ ਹੋਇਆ। ਤੁਸੀਂ ਇੱਕ ਵਾਰੀ ਪੌਦਾ ਲਾਉਂਦੇ, ਇੱਕ ਵਾਰ ਪਾਣੀ ਦਿੰਦੇ ਹੋ, ਪਰ ਜਦੋਂ ਜੜ੍ਹਾਂ ਧਰਤੀ ਨਾਲ ਟੱਚ ਕਰ ਜਾਂਦੀਆਂ ਨੇ, ਫਿਰ ਉਹਨੂੰ ਧਰਤੀ 'ਚੋਂ ਖੁਰਾਕ ਆਪਣੇ ਆਪ ਮਿਲੀ ਜਾਂਦੀ। ਸਾਡੇ ਜੰਗਲਾਂ ਦੇ ਦਰਖਤ ਕੌਣ ਪਾਣੀ ਦੇਣ ਜਾਂਦਾ ਜੀ? ਉਹਨਾਂ ਨੂੰ ਕੌਣ ਦੇਣ ਜਾਂਦਾ ਹੈ? ਦਰਖਤ ਦੇ ਥੱਲੇ ਦਰਖਤ ਉੱਗਦਾ ਹੈ, ਆਪਣੇ ਆਪ ਹੀ ਵੱਡਾ ਹੋਈ ਜਾਂਦਾ ਹੈ। ਕੌਣ ਖੁਰਾਕ ਦਿੰਦਾ ਹੈ? ਉਹਦੀ ਖੁਰਾਕ ਪਈ ਹੋਈ ਹੈ। ਜੇ ਉਹਦੀ ਖੁਰਾਕ ਪਈ ਹੈ, ਅਤੇ ਤੇਰੇ ਇਸ ਮਨਾਂ ਤੇਰੇ ਪਰਿਵਾਰ ਦੀ ਖੁਰਾਕ ਨਹੀਂ ਪਈ ਹੋਈ, ਤੂੰ ਇਹਨੂੰ ਗਲਤ ਬੰਨੇ ਤੋਰਨ ਦੀ ਕਿਉਂ ਕੋਸ਼ਿਸ਼ ਕਰਦਾ? ਆਓ ਇਹ ਸੋਦਰ ਦਾ ਇਹ 5ਵਾਂ ਸ਼ਬਦ ਸੋਦਰ ਬਾਣੀ ਦਾ, ਜਿਸ ਦੀ ਆਪਾਂ ਅੱਜ ਵਿਚਾਰ ਸਾਂਝੀ ਕੀਤੀ ਹੈ ਸਾਧ ਸੰਗਤ ਜੀ। ਇਸ ਤੋਂ ਬਾਅਦ ਆਪਾਂ ਅੱਗੇ 100 ਪੁਰਖ ਬਾਣੀ ਆਰੰਭ ਹੋਣੀ ਹੈ, ਜਿਸ ਦੇ 4 ਸ਼ਬਦ ਨੇ, ਜਿਨ੍ਹਾਂ ਦੀ ਆਪਾਂ ਵਿਚਾਰ ਇੱਦਾਂ ਹੀ ਲੜੀਵਾਰ ਜਿਹੜੀ ਉਹ ਸਾਂਝੀ ਕਰਾਂਗੇ। ਇਹ ਉਹ ਸ਼ਬਦ ਨੇ ਜਿਹੜੇ ਅਸੀਂ ਆਪਣੇ ਪਰਿਵਾਰਾਂ 'ਚ ਰੋਜ਼ ਸ਼ਾਮਾਂ ਨੂੰ ਪੜ੍ਹਦੇ ਹਾਂ। ਪੜ੍ਹੋ, ਸਮਝੋ, ਵਿਚਾਰੋ, ਅਰਥ ਭਾਵ ਸਮਝੋ, ਅਤੇ ਆਪਣੀ ਜ਼ਿੰਦਗੀ 'ਚ ਇਹ ਗੁਣ ਲਾਗੂ ਕਰਨ ਦੀ ਕੋਸ਼ਿਸ਼ ਕਰੋ। ਅਤੇ ਮਨ ਨੂੰ ਸਮਝਾਓ, ਮਨਾ ਆਸੇ ਪਾਸੇ ਨਾ ਭਟਕ। ਇਸ ਮਨ ਦੇ ਪਰਿਵਾਰ ਨੂੰ ਪਾਲਣ ਲਈ ਅਸੀਂ ਮਨ ਨੂੰ ਬਾਰ-ਬਾਰ ਸੁਚੇਤ ਕਰੀਏ, ਮਨਾ ਬਾਹਰ ਨਾ ਭੱਜ, ਮਨ ਖੋਟਾ ਹਰ ਤੇਰਾ ਨਹੀਂ ਵਿਸ਼ਵਾਸ, ਤੂੰ ਮਹਾ ਉਦਮਾਦਾ, ਖਰਕਾ ਪੈਂਖਰ ਤੋ ਛੁੱਟੇ ਜੋ ਉੱਪਰ ਲਾਦਾ। ਹੇ ਮਨ ਖੋਤਿਆ, ਪਾਸੇ ਨਾ ਭਟਕ, ਇਹਦੇ 'ਤੇ ਭਾਰ ਲਾ ਦਿਓ, ਜਿਵੇਂ ਗਧੇ ਉੱਤੇ ਭਾਰ ਲੱਦੀ ਅਤੇ ਫਿਰ ਐਂ ਗਧਾ ਰਮਾਨ ਨਾਲ ਤੁਰਿਆ। ਮਨ ਵੀ ਖੋਤਾ ਹੈ, ਭੱਜਾ ਫਿਰਦਾ ਹੈ, ਇਹ ਪਾਸੇ ਭਟਕਦਾ ਫਿਰਦਾ। ਇਹਨੂੰ ਸਮਝਾਓ ਵੀ ਇਸ ਪਰਿਵਾਰ ਨੂੰ ਗਲਤ ਬੰਨੇ ਨਾ ਤੋਰ, ਸੱਤ ਦੀ ਸੰਗਤ ਨਾਲ ਜੁੜੋ ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਸਾਰਿਆਂ ਦਾ ਧੰਨਵਾਦ ਜੀ। ਤੁਸੀਂ ਵਕਤ ਕੱਢ ਕੇ, ਸਮਾਂ ਕੱਢ ਕੇ ਰੋਜ਼ਾਨਾ ਬਾਣੀ ਦੀਆਂ ਵਿਚਾਰਾਂ ਸਰਵਣ ਕਰਦੇ ਹੋ। ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।